ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਡਿਤ ਸੰਨਿਆਸੀ ਬਹੁਤ ਉਤਰ ਆਏ ਨਾ ਕੋਈ, ਵਿਖਾ ਪਰਸ ਪਰ ਬਦਨ ਨਿਜ ਸਨਮੁਖ ਹੋਏ ਨਾ ਸੋਈ। ਪੰਡਿਤ ਸੰਨਿਆਸੀ ਬਹੁਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ, ਵਾਲੀ ਏਕੋ ਲਾਲਮ ਸਰਵਰੇ ਕਾਇਨਾਤ। ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਕਲਯੁਗ ਮਹਿ ਕੀਰਤਨ ਪ੍ਰਦਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਪਾਵਨ ਗੁਰਬਾਣੀ ਦੇ ਕੀਰਤਨ ਆਪ ਸੰਗਤਾਂ ਨੂੰ ਅਤੀ ਸਨਮਾਨਯੋਗ ਰਾਗੀ ਸਿੰਘਾਂ ਨੇ ਸਰਵਣ ਕਰਵਾਏ ਹਨ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ। ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਨਮ ਸਾਖੀ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸਤਿਗੁਰੂ ਨਨਕਾਣੇ ਤੋਂ ਚੱਲੇ ਹਨ, ਕੁਰੂਕਸ਼ੇਤਰ ਦੀ ਧਰਤੀ ਤੇ ਪਹੁੰਚੇ ਨੇ। ਇਹ ਇਲਾਕਾ ਅੰਬਾਲੇ ਤੋਂ ਜਦ ਆਪਾਂ ਦਿੱਲੀ ਵੱਲ ਜਾਂਦੇ ਹਾਂ ਤੇ ਰਸਤੇ ਵਿੱਚ ਆਉਂਦਾ ਹੈ ਕੁਰੂਕਸ਼ੇਤਰ, ਜਿਹੜਾ ਨਗਰ ਬਹੁਤ ਹੀ ਪੁਰਾਣਾ ਵਸਿਆ ਹੋਇਆ ਤੇ ਹਿੰਦੂਆਂ ਦਾ ਬਹੁਤ ਵੱਡਾ ਇਹ ਤੀਰਥ ਸਥਾਨ ਹੈ। ਜਿਸ ਧਰਤੀ ਤੇ ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੇ ਵੇਲੇ ਮਹਾਭਾਰਤ ਦਾ ਵੱਡਾ ਜੰਗ ਹੋਇਆ ਸੀ। ਇਸ ਧਰਤੀ ਤੇ ਸੂਰਜ ਗ੍ਰਹਿਣ ਦਾ ਪੁਰਬ ਸੀ, ਬਹੁਤ ਭਾਰੀ ਮੇਲਾ ਲੱਗਾ ਸੀ। ਪਰ ਇੱਥੇ ਜਿਹੜੇ ਲੋਕਾਂ ਦਾ ਇਕੱਠ ਹੋਇਆ ਸੀ, ਉਹਨਾਂ ਪੰਡਤਾਂ ਦੇ ਅੰਦਰ ਪ੍ਰੇਮਾ ਭਗਤੀ ਜਗਾਉਣ ਵਾਸਤੇ, ਪਖੰਡਾਂ ਦਾ ਖੰਡਨ ਕਰਨ ਵਾਸਤੇ, ਜੀਵਨ ਦਾ ਮਨੋਰਥ ਸਮਝਾਉਣ ਵਾਸਤੇ, ਇਹਨਾਂ ਦੇ ਅੰਦਰ ਨਾਮ ਦੀ ਜਾਗ ਲਾਉਣ ਵਾਸਤੇ ਸਤਿਗੁਰੂ ਜੀ ਉੱਥੇ ਪਹੁੰਚਦੇ ਨੇ। ਨਗਰ ਤੋਂ ਬਾਰ-ਬਾਰ ਹੀ ਸਤਿਗੁਰੂ ਬੈਠੇ ਨੇ ਜਿੱਥੇ ਪੰਚਵਟੀ ਅਸਥਾਨ ਹੈ, ਸਤਿਗੁਰਾਂ ਦਾ ਚਰਨ ਛੂਹ ਅਸਥਾਨ। ਅੱਜ ਵੀ ਆਪਾਂ ਉਸ ਅਸਥਾਨ ਦੇ ਦਰਸ਼ਨ ਕਰਦੇ ਹਾਂ। ਬਹੁਤ ਸੁੰਦਰ ਗੁਰਦੁਆਰਾ ਸਾਹਿਬ ਉੱਥੇ ਸੁਸ਼ੋਭਿਤ ਹੈ। ਇੱਥੇ ਮਹਾਰਾਜ ਜੀ ਨੇ ਮੁਬਾਰਕ ਚਰਨ ਪਾਏ ਨੇ। ਭਾਈ ਮਰਦਾਨਾ ਜੀ ਨੂੰ ਕਿਹਾ ਹੈ ਕਿ ਰਬਾਬ ਦੇ ਨਾਲ ਕੀਰਤਨ ਕਰੋ। ਭਾਈ ਮਰਦਾਨਾ ਜੀ ਨੇ ਬੜੀ ਮਿੱਠੀ ਧੁਨ ਦੇ ਨਾਲ ਪਾਵਨ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ ਹੈ। ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਹਾਂਸੀ ਦਾ ਰਾਜਾ ਜੋ ਸੀ, ਉਹ ਜੰਗ ਦੇ ਵਿੱਚ ਹਾਰ ਚੁੱਕਿਆ ਸੀ। ਵੈਰੀਆਂ ਨੇ ਉਹਨੂੰ ਕਤਲ ਕੀਤਾ ਸੀ ਤੇ ਅੰਮ੍ਰਿਤ ਰਾਏ ਦਾ ਤੇ ਕਤਲ ਹੋ ਚੁੱਕਿਆ ਸੀ। ਪਰ ਉਸ ਦੀ ਰਾਣੀ ਆਪਣੇ ਪੁੱਤਰ ਜਗਤ ਰਾਏ ਨੂੰ ਲੈ ਕੇ ਕੁਰੂਕਸ਼ੇਤਰ ਦੀ ਧਰਤੀ ਤੇ ਆਏ ਕਿ ਕੋਈ ਮਹਾਂਪੁਰਖ ਹੋਣ ਇੱਥੇ, ਉਹਨਾਂ ਦੇ ਚਰਨਾਂ ਤੇ ਆਪਾਂ ਨਤਮਸਤਕ ਹੋਈਏ ਤੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਸੰਤੋ ਮਹਾਂਪੁਰਖੋ, ਸਾਡਾ ਰਾਜ ਭਾਗ ਖੁੱਸ ਚੁੱਕਿਆ ਹੈ। ਜੰਗ ਵਿੱਚ ਸਾਡੀਆਂ ਸਾਰੀਆਂ ਫੌਜਾਂ ਮਾਰੀਆਂ ਜਾ ਚੁੱਕੀਆਂ ਨੇ ਤੇ ਕਿਰਪਾ ਕਰਨ ਉਹ ਮਹਾਂਪੁਰਖ ਸੰਤ ਜਨ ਸਾਨੂੰ ਅਸੀਸ ਦੇਣ ਤੇ ਸਾਡਾ ਰਾਜ ਭਾਗ ਦੁਬਾਰਾ ਮਿਲ ਸਕੇ ਤੇ ਮੇਰਾ ਪੁੱਤਰ ਜਗਤ ਰਾਏ ਫਿਰ ਰਾਜਾ ਬਣ ਸਕੇ। ਹੁਣ ਭੇਟ ਕਰਨ ਵਾਸਤੇ ਕੋਈ ਵਸਤੂ ਤਾਂ ਕੋਲ ਨਹੀਂ ਸੀ, ਕਿਉਂਕਿ ਸਾਰਾ ਕੁਝ ਤਾਂ ਜੰਗ ਵਿੱਚ ਹਾਰ ਚੁੱਕੇ ਸਨ। ਰਾਜੇ ਦੇ ਪੁੱਤਰ ਨੇ ਸ਼ਿਕਾਰ ਕੀਤਾ, ਇੱਕ ਹਿਰਨ ਲਿਆ ਕਿ ਚਲੋ ਇਹੋ ਹੀ ਜਾ ਕੇ ਸੰਤਾਂ ਦੀ ਭੇਟ ਵਿੱਚ ਰੱਖ ਦਿੰਦੇ ਹਾਂ। ਭਾਵੇਂ ਸੰਤ ਜਨ ਸਾਧੂ ਜਨ ਇਹ ਮਾਸ ਦੀ ਵਰਤੋਂ ਨਹੀਂ ਕਰਦੇ, ਪਰ ਹੁਣ ਮੈਂ ਤਾਂ ਕੰਗਾਲ ਹਾਂ ਤੇ ਭੇਟ ਕੀ ਕਰਾਂ। ਇਹਦੀ ਵੀ ਬੜੀ ਕੀਮਤ ਹੈ, ਹਿਰਨ ਦੀ ਤਾਂ ਖੱਲ ਵੀ ਬਣਦੀ ਹੈ। ਇਸ ਕਰਕੇ ਜਾ ਕੇ ਚਰਨਾਂ ਵਿੱਚ ਭੇਟ ਕਰਦੇ ਹਾਂ। ਇੱਕ ਹਿਰਨ ਲਿਆ। ਜਦੋਂ ਕੁਰੂਕਸ਼ੇਤਰ ਪ੍ਰਵੇਸ਼ ਕਰਨ ਲੱਗੇ ਤੇ ਨਗਰ ਤੋਂ ਬਾਰ-ਬਾਰ
ਇਹਨਾਂ ਦੇ ਭਾਗ ਜਾਗੇ ਨੇ ਤੇ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਹੋਏ। ਸਤਿਗੁਰਾਂ ਦੇ ਨਾਲ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਬਿਰਾਜਮਾਨ ਨੇ। ਭਾਈ ਮਰਦਾਨਾ ਰਬਾਬ ਲੈ ਕੇ ਹੱਥ ਵਿੱਚ ਕੀਰਤਨ ਗਾਇਨ ਕਰ ਰਹੇ ਨੇ। ਇਹਨਾਂ ਦੋਨਾਂ ਮਾਂ ਪੁੱਤਾਂ ਨੇ ਆ ਕੇ ਪਹਿਲਾਂ ਇਹ ਕੀਰਤਨ ਸੁਣਿਆ। ਜਦ ਕੀਰਤਨ ਦੀ ਸੰਪੰਨਤਾ ਹੋਈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ। ਰਾਣੀ ਬੇਨਤੀ ਕਰਨ ਲੱਗੀ, ਸਤਿਗੁਰੂ ਸਾਡੇ ਕੋਲ ਬਹੁਤ ਵੱਡਾ ਰਾਜ ਭਾਗ ਸੀ। ਪਟਨੇ ਦੀ ਰਾਜਧਾਨੀ ਦੇ ਵਿੱਚ ਇਹਨਾਂ ਦਾ ਨਗਰ ਸੀ। ਮਹਾਰਾਜ ਵੈਰੀਆਂ ਨੇ ਸਾਨੂੰ ਜੰਗ ਦੇ ਵਿੱਚੋਂ ਹਰਾ ਦਿੱਤਾ। ਸਾਡਾ ਸਾਰਾ ਘਰ-ਬਾਰ ਖੁੱਸ ਗਿਆ, ਮਹਿਲ ਖੁੱਸ ਗਏ, ਸਿਪਾਹੀ ਮਰ ਗਏ, ਇੱਥੋਂ ਤੱਕ ਮੇਰਾ ਪਤੀ ਅੰਮ੍ਰਿਤ ਰਾਏ ਰਾਜਾ ਵੀ ਮਾਰਿਆ ਗਿਆ। ਮੈਂ ਆਪਣੇ ਪੁੱਤਰ ਜਗਤ ਰਾਏ ਨੂੰ ਲੈ ਕੇ ਹੁਣ ਤੁਹਾਡੀ ਸ਼ਰਨ ਵਿੱਚ ਆਈ ਹਾਂ। ਆਪ ਪੂਰਨ ਮਹਾਪੁਰਖ ਹੋ, ਸੰਤ ਜਨ ਹੋ, ਕਿਰਪਾ ਕਰਕੇ ਅਸੀਸ ਦਿਓ, ਸਾਨੂੰ ਰਾਜ ਭਾਗ ਫਿਰ ਮਿਲ ਸਕੇ। ਮੇਰਾ ਪੁੱਤਰ ਜਿਹੜਾ ਰਤਨ ਜਗਤ ਰਾਏ ਹੈ, ਇਹ ਦੁਬਾਰਾ ਰਾਜਾ ਬਣ ਸਕੇ ਤੇ ਪੂਰਨ ਸੰਤਾਂ ਦੇ ਸ਼ਰਨ ਦੇ ਵਿੱਚ ਆਇਆ ਹੋਇਆ ਕਦੇ ਵੀ ਬਿਰਥਾ ਨਹੀਂ ਜਾਂਦਾ, ਖਾਲੀ ਨਹੀਂ ਜਾਂਦਾ। ਹੁਣ ਪੂਰੇ ਗੁਰੂ ਜੀ ਦਾ ਸੁਭਾਅ ਹੈ, ਜੋ ਸ਼ਰਨ ਆਵੈ ਤੇ ਸਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਸਤਿਗੁਰਾਂ ਨੇ ਇਹਨਾਂ ਦੀ ਦਰਦ ਭਰੀ ਪੁਕਾਰ ਸੁਣੀ ਹੈ। ਮਹਾਰਾਜ ਮੇਹਰਾਂ ਦੇ ਘਰ ਵਿੱਚ ਆਏ। ਸਤਿਗੁਰੂ ਜੀ ਕਹਿਣ ਲੱਗੇ ਰਾਜੇ ਦੇ ਪੁੱਤਰ ਨੂੰ, ਜਗਤ ਰਾਏ ਨੂੰ, ਕਿ ਤੁਸੀਂ ਬ੍ਰਹਮ ਭੋਜ ਕਰੋ। ਬ੍ਰਹਮ ਭੋਜ ਤੋਂ ਭਾਵ ਲੰਗਰ ਲਾਓ ਤੇ ਲੰਗਰ ਛਕਾਓ। ਬ੍ਰਹਮ ਭੋਜ ਕਰਨ ਤੋਂ ਬਾਅਦ ਤੁਹਾਨੂੰ ਰਾਜ ਭਾਗ ਮਿਲ ਜਾਏਗਾ। ਇਹ ਕਹਿਣ ਲੱਗਾ, ਮਹਾਰਾਜ ਸਾਡੇ ਕੋਲ ਤਾਂ ਕੁਝ ਹੈ ਨਹੀਂ, ਸਾਰਾ ਕੁਝ ਤਾਂ ਖੁੱਸ ਗਿਆ, ਕੰਗਾਲ ਹੋ ਚੁੱਕੀਆਂ, ਬ੍ਰਹਮ ਭੋਜ ਕਰੀਏ ਕਾਦਾ। ਹੁਣ ਮਹਾਰਾਜ ਜੀ ਕਰਨ ਕਾਰਨ ਸਮਰੱਥ ਹਨ। ਸਤਿਗੁਰੂ ਜੀ ਨੇ ਇਹਨਾਂ ਪਾਂਡਿਆਂ ਨੂੰ ਵੀ ਸ਼੍ਰੇਸ਼ਟ ਮੱਤ ਦੇਣ ਵਾਸਤੇ ਮਹਾਰਾਜ ਨੇ ਇੱਕ ਕੌਤਕ ਰਚਿਆ। ਕਿਉਂਕਿ ਇਹ ਬੜੇ ਜ਼ਿਆਦੇ ਪੰਡਤ ਹੰਕਾਰੀ ਸਨ, ਵਿਦਿਆ ਪੜ੍ਹ ਕੇ ਮਾਣ ਹੋ ਚੁੱਕਿਆ ਸੀ ਕਿ ਸਾਡੇ ਵਰਗਾ ਕੋਈ ਵਿਦਵਾਨ ਨਹੀਂ, ਗਿਆਨੀ ਨਹੀਂ, ਕਿਸੇ ਨੂੰ ਵੀ ਕੁਝ ਨਹੀਂ ਸੀ ਸਮਝਦੇ। ਇਹਨਾਂ ਨੂੰ ਮੱਤ ਦੇਣ ਵਾਸਤੇ, ਇਹਨਾਂ ਦੇ ਅੰਦਰ ਗਿਆਨ ਦਾ ਦੀਵਾ ਬਾਲਣ ਵਾਸਤੇ, ਕਿ ਗਿਆਨ ਪ੍ਰਾਪਤ ਕਾਹਦੇ ਲਈ ਕਰੀਦਾ ਹੈ, ਮਨੁੱਖਾ ਜਨਮ ਨੂੰ ਸਫਲਾ ਕਰਨ ਵਾਸਤੇ, ਦੂਜਿਆਂ ਦੇ ਉੱਤੇ ਪਰਉਪਕਾਰ ਕਰਨ ਦੇ ਵਾਸਤੇ। ਇਹ ਮਹਾਰਾਜ ਜੀ ਨੇ ਗਿਆਨ ਦੇਣ ਵਾਸਤੇ ਇੱਕ ਕੌਤਕ ਰਚਿਆ। ਗੁਰਦੇਵ ਕਹਿਣ ਲੱਗੇ, ਇੱਕ ਖਾਲੀ ਜਿਹੜਾ ਹੈ ਉਹ ਬਰਤਨ ਲਿਆਓ, ਉਹਦੇ ਵਿੱਚ ਇਹਨੂੰ ਪਾ ਕੇ ਜਿਹੜਾ ਮਰਿਆ ਹਿਰਨ ਹੈ ਇਹਨੂੰ ਰਿੰਨੋ। ਹੁਣ ਮਹਾਰਾਜ ਜੀ ਨੇ ਕੌਤਕ ਰਚਿਆ, ਕਿਉਂਕਿ ਬਾਅਦ ਵਿੱਚ ਨਿਕਲਣਾ ਇਸ ਵਿੱਚੋਂ ਮਾਸ ਨਹੀਂ, ਉਹ ਤਾਂ ਖੀਰ ਹੀ ਨਿਕਲੇਗੀ। ਇਹ ਸਤਿਗੁਰਾਂ ਦਾ ਆਪਣਾ ਹੀ ਕੌਤਕ ਸੀ। ਕੇਵਲ ਇਹਨਾਂ ਨੂੰ ਸੋਝੀ ਦੇਣ ਵਾਸਤੇ, ਇਹਨਾਂ ਨੂੰ ਮੱਤ ਦੇਣ ਵਾਸਤੇ ਮਹਾਰਾਜ ਜੀ ਨੇ ਕੌਤਕ ਰਚਿਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਮੰਨ ਕੇ ਇਹਨਾਂ ਨੇ ਬਰਤਨ ਦੇ ਵਿੱਚ ਉਸ ਨੂੰ ਰੱਖਿਆ, ਪਾਣੀ ਵਿੱਚ ਪਾ ਕੇ ਰਿੰਨਣਾ ਸ਼ੁਰੂ ਕੀਤਾ ਹੈ। ਹੁਣ ਉਹਦੀ ਜਦੋਂ ਜਿਹੜੀ ਸੁਗੰਧੀ ਜਿੰਨੇ ਵੀ ਲਈ ਹੈ, ਉਹਨਾਂ ਨੂੰ ਪਤਾ ਲੱਗਾ ਕਿ ਅੱਜ ਸੂਰਜ ਗ੍ਰਹਿਣ ਦਾ ਦਿਨ ਸੀ, ਇਹ ਬੜਾ ਵੱਡਾ ਤੀਰਥ ਸਥਾਨ ਹੈ, ਇਹਨਾਂ ਨੇ ਇੱਥੇ ਮਾਸ ਰਿੰਨਿਆ ਹੈ। ਇਹ ਸ਼ਾਸਤਰਾਂ ਤੋਂ ਇਹ ਇੱਥੋਂ ਉਲਟ ਗੱਲ ਕੀਤੀ ਹੈ। ਜਦੋਂ ਇਹਨਾਂ ਪੰਡਤਾਂ ਨੂੰ ਪਤਾ ਲੱਗਾ, ਇਹ ਇਕੱਠੇ ਹੋਏ ਤੇ ਆਪਣੇ ਹੱਥ ਵਿੱਚ ਕੁੱਤ ਕੇ ਸੋਟੇ ਲਏ ਨੇ, ਸ਼ਸਤਰ ਲਏ ਨੇ, ਕੋਈ ਪੱਥਰ ਕਿਸੇ ਨੇ ਲਿਆ ਹੈ, ਮਹਾਰਾਜ ਜੀਆਂ ਨੂੰ ਮਾਰਨ ਵਾਸਤੇ ਚੱਲ ਕੇ ਆਏ। ਜਦੋਂ ਸਤਿਗੁਰਾਂ ਦੇ ਕੋਲ ਆ ਗਏ, ਕਹਿਣ ਲੱਗੇ ਤੁਸੀਂ ਉਲਟ ਰੀਤੀ ਇੱਥੇ ਕੀਤੀ ਹੈ ਤੇ ਇਹਦੀ ਸਜ਼ਾ ਤੁਹਾਨੂੰ ਮਿਲੇਗੀ। ਮਹਾਰਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਤੁਸੀਂ ਸਾਨੂੰ ਮਾਰਨਾ ਹੀ ਹੈ ਨਾ ਤੇ ਤੁਸੀਂ ਮਾਰ ਸਕਦੇ ਹੋ, ਪਰ ਤੁਸੀਂ ਤਾਂ ਪੰਡਤ ਹੋ, ਵਿਦਵਾਨ ਜਨ ਹੋ। ਜੇ ਚਰਚਾ ਕਰਕੇ ਇੱਕ ਵਾਰ ਦੇਖੋ। ਇਹ ਬੜੇ ਖੁਸ਼ ਹੋਏ, ਕਿਉਂਕਿ ਬੜੇ ਵਿਦਿਆ ਪੜ੍ਹੇ ਸਨ ਕਿ ਆਪਾਂ ਚਰਚਾ ਵਿੱਚ ਇਹਨਾਂ ਨੂੰ ਹਰਾਵਾਂਗੇ, ਪਰ ਨਹੀਂ ਸੀ ਜਾਣਦੇ ਤਾਂ ਵਿਦਿਆ ਦੇ ਰਚਤਾ ਹਨ, ਵਿਦਿਆ ਨੂੰ ਰਚਣ ਵਾਲੇ ਹਨ ਸਤਿਗੁਰੂ ਆਪ। ਇਹਨਾਂ ਨੂੰ ਭਲਾ ਚਰਚਾ ਵਿੱਚ ਕੌਣ ਜਿੱਤ ਸਕਦਾ ਸੀ। ਇਹ ਹੁਣ ਇਹਨਾਂ ਪੰਡਤਾਂ ਦੇ ਵਿੱਚੋਂ ਇੱਕ ਨਾਨੂ ਪੰਡਤ ਸੀ, ਜਿਹੜਾ ਬੜਾ ਵਿਦਵਾਨ ਸੀ, ਜਿਹਨੇ ਭਵਿੱਖਤ ਪੁਰਾਣ ਪੜ੍ਹਿਆ ਸੀ, ਜਿਹਨੇ ਭਵਿੱਖਤ ਪੁਰਾਣ ਸਕੰਦ ਪੁਰਾਣ ਵਿੱਚੋਂ ਪੜ੍ਹਿਆ ਹੋਇਆ ਸੀ ਕਿ ਕਲਯੁਗ ਦੇ ਵਿੱਚ ਪ੍ਰਭੂ ਅਵਤਾਰ ਧਾਰਨਗੇ ਤੇ ਉਹਨਾਂ ਦਾ ਨਾਮ ਨਾਨਕ ਹੋਵੇਗਾ, ਉਹ 10 ਦਿਸ਼ਾਵਾਂ ਨੂੰ ਜਿੱਤਣਗੇ। ਤੇ ਇਹਨੇ ਵੀ ਵਿਦਿਆ ਬੜੀ ਪੜ੍ਹੀ ਸੀ ਤੇ ਇਹਨੇ ਵਿਦਿਆ ਪੜ੍ਹ ਕੇ ਜਿਹੜੀਆਂ 10 ਦਿਸ਼ਾਵਾਂ ਉਹ ਜਿੱਤੀਆਂ ਚਰਚਾ ਕਰਕੇ। ਇਹਨੂੰ ਜਿੱਤਣ ਕਰਕੇ ਲੋਕਾਂ ਨੂੰ ਮਨ ਦੇ ਵਿੱਚ ਮਾਣ ਹੋ ਗਿਆ ਕਿ ਉਹ ਮੈਂ ਹੀ ਨਾਨਕ ਹਾਂ। ਮੇਰੇ ਘਰਦਿਆਂ ਨੇ ਕਿਤੇ ਗਲਤੀ ਨਾਲ ਨਾਨੂ ਨਾਮ ਰੱਖ ਦਿੱਤਾ ਏ, ਇਹਨੇ ਆਪਣਾ ਨਾਮ ਨਾਨਕ ਚੰਦ ਧਰਾਇਆ ਸੀ। ਸਾਰੇ ਪੰਡਤਾਂ ਨੇ ਚਰਚਾ ਕਰਨ ਵਾਸਤੇ ਉਹਨੂੰ ਅੱਗੇ ਕਰ ਦਿੱਤਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਚਰਚਾ ਹੋਈ। ਮਹਾਰਾਜ ਮੇਰ ਦੇ ਘਰ ਵਿੱਚ ਆਏ। ਮਲ੍ਹਾਰ ਰਾਗ ਦੇ ਵਿੱਚ ਸਤਿਗੁਰਾਂ ਨੇ ਪਾਵਲ ਸ਼ਲੋਕ ਉਚਾਰਨ ਕੀਤਾ ਹੈ। ਪਹਿਲਾ ਮਾਸੋ ਨਿੰਮਿਆ ਮਾਸੈ ਅੰਦਰ ਵਾਸ, ਜੀਉ ਪਾਏ ਮਾਸ ਮੋਹਿ ਮਿਲਿਆ ਹੱਡ ਚਮ ਤਨ ਮਾਸ। ਇਹ ਮਹਾਰਾਜ ਜੀ ਨੇ ਪਾਵਨ ਸ਼ਬਦ ਉਚਾਰਨ ਕਰਕੇ ਇਹਨਾਂ ਨੂੰ ਸਿੱਖਿਆ ਦਿੱਤੀ ਹੈ। ਜਿਸ ਤਰ੍ਹਾਂ ਸਤਿਗੁਰਾਂ ਦੇ ਨਾਲ ਚਰਚਾ ਕਰ ਰਹੇ ਹਨ, ਸੋ ਮਹਾਰਾਜ ਜੀਆਂ ਨੇ ਉੱਤਰ ਜਿਸ ਤਰ੍ਹਾਂ ਦੇਣਗੇ ਤੇ ਪਾਵਨ ਸ਼ਬਦ ਉਚਾਰਨ ਕਰਨਗੇ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ। ਇਹ ਉਪਦੇਸ਼ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ। ਆਓ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰੂ ਸਾਹਿਬ ਜੀ ਦੀ ਜੋ ਪਾਵਨ ਗੁਰ ਇਤਿਹਾਸ ਦੀ ਕਥਾ ਹੈ, ਇਸ ਅੰਮ੍ਰਿਤ ਨੂੰ ਕੰਨਾ ਰੂਪ ਡੂਨਿਆਂ ਦੇ ਨਾਲ ਪੀਣਾ ਕਰੀਏ। ਆਪ ਸਮੁੱਚੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪ੍ਰੇਮ ਸਤਕਾਰ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਡਿਤ ਸੰਨਿਆਸੀ ਬਹੁਤ, ਜਿੰਨੇ ਵੀ ਪੰਡਤ ਸੰਨਿਆਸੀ ਬੈਠੇ ਸਨ, ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਉੱਤਰ ਆਏ ਨਾ ਕੋਈ। ਹੁਣ ਪੂਰੇ ਅੱਗੇ ਇਹਨਾਂ ਨੂੰ ਅਧੂਰਿਆਂ ਨੂੰ ਉੱਤਰ ਕਿੱਥੋਂ ਆਉਣਾ ਸੀ। ਕੁਝ ਵੀ ਮਹਾਰਾਜ ਅੱਗੇ ਨਾ ਬੋਲ ਸਕੇ। ਕਹਾਂ ਪਰਸ ਪਰ ਬਦਨ ਨਿਜ, ਆਪਸ ਵਿੱਚ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ, ਇੱਕ ਦੂਜੇ ਦੇ ਮੂੰਹ ਵੱਲ ਤੱਕਦੇ ਹਨ। ਸਨਮੁਖ ਹੋਏ ਨਾ ਸੋਈ। ਪਰ ਹੁਣ ਸਤਿਗੁਰਾਂ ਦੇ ਸਾਹਮਣੇ ਕੋਈ ਨਹੀਂ ਸੀ ਆਉਣ ਨੂੰ ਤਿਆਰ। ਜਿਸ ਤਰ੍ਹਾਂ ਸੂਰਜ ਚੜ੍ਹਿਆ ਹੋਵੇ ਨਾ, ਤੇ ਇੱਕ ਕੀ ਹਜ਼ਾਰਾਂ ਟਟਹਿਣੇ ਸਾਹਮਣੇ ਆ ਜਾਣ ਤੇ ਸੂਰਜ ਦੇ ਪ੍ਰਕਾਸ਼ ਨੂੰ ਦਬਾ ਨਹੀਂ ਸਕਦੇ। ਸੂਰਜ ਦੇ ਅੱਗੇ ਭਾਵੇਂ ਲੱਖਾਂ ਦੀਵੇ ਬਾਲ ਦਓ, ਪਰ ਦੀਵਿਆਂ ਦਾ ਸੂਰਜ ਦੇ ਅੱਗੇ ਕੀ ਪ੍ਰਕਾਸ਼ ਹੋਵੇਗਾ। ਇਸ ਤਰ੍ਹਾਂ ਜਿਹੜੇ ਆਪਣੇ ਆਪ ਦੇ ਵਿੱਚ ਪੜ੍ਹੇ ਵਿਦਿਆ ਪੜ੍ਹੇ ਅਭਿਮਾਨੀ ਪੰਡਤ ਸਨ, ਪਰ ਪ੍ਰਭੂ ਦੇ ਅੱਗੇ, ਮਾਲਕ ਦੇ ਅੱਗੇ, ਰੱਬ ਦੇ ਅੱਗੇ ਇਹਨਾਂ ਦਾ ਕੀ ਜ਼ੋਰ ਸੀ। ਇੱਕ ਦੂਜੇ ਦੇ ਮੂੰਹ ਵੱਲ ਤੱਕਦੇ ਹਨ, ਪਰ ਸਾਹਮਣੇ ਕੋਈ ਨਹੀਂ ਸੀ ਆਉਂਦਾ ਚਰਚਾ ਕਰਨ ਨੂੰ। ਸੰਨਿਆਸੀ ਨਿਜ ਕਹਿਤ, ਆਪਣੇ ਆਪ ਨੂੰ ਸੰਨਿਆਸੀ ਕਹਿੰਦੇ ਸਨ। ਏਕੇਤਿਕ ਕਾਲ ਬਿਤਾਈ, ਤੇ ਕੁਝ ਕੁ ਸਮਾਂ ਇਹਨਾਂ ਨੇ ਬੈਠ ਕੇ ਬਤੀਤ ਕੀਤਾ ਹੈ। ਨਾਨਕ ਚੰਦ ਪੰਡਿਤ ਬੜੋ, ਕਹਿਣ ਲੱਗੇ ਕਿ ਸਾਡੇ ਵਿੱਚ ਇੱਕ ਨਾਨਕ ਚੰਦ ਪੰਡਤ ਹੈ, ਕਿਉਂਕਿ ਉਹਨੇ ਆਪਣਾ ਨਾਮ ਨਾਨਕ ਚੰਦ ਰਖਾਇਆ ਸੀ। ਹੈ ਇਹਦਾ ਨਾਮ ਨਾਨੂ ਸੀ। ਸੋਚਦਾ ਸੀ ਕਿ ਮੈਂ ਹੀ ਦਿਗ ਵਿਜੇ ਕੀਤੀ ਹੈ, ਵਿਦਿਆ ਦੇ ਨਾਲ ਸਾਰਿਆਂ ਨੂੰ ਜਿੱਤਿਆ, ਤੇ ਜਿਹਦਾ ਜ਼ਿਕਰ ਭਵਿੱਖਤ ਪੁਰਾਣ ਚ ਆਇਆ ਉਹ ਮੈਂ ਹੀ ਨਾਨਕ ਹਾਂ। ਇਸ ਕਰਕੇ ਇਹਨੇ ਆਪਣਾ ਨਾਮ ਨਾਨਕ ਚੰਦ ਰਖਾਇਆ ਸੀ। ਤੈਂ ਜੀਤਿਓ ਜਗ ਜਾਏ। ਹੁਣ ਕੋਈ ਕਿਸੇ ਨੂੰ ਉੱਤਰ ਜਦੋਂ ਸਤਿਗੁਰਾਂ ਅੱਗੇ ਨਾ ਆਇਆ, ਤੇ ਸਾਰੇ ਨਾਨਕ ਚੰਦ ਜਿਹਨੇ ਨਾਮ ਧਰਾਇਆ ਸੀ ਨਾਨੂ ਪੰਡਤ ਨੇ, ਉਹਦੇ ਵੱਲ ਦੇਖਣ ਲੱਗੇ। ਕਹਿਣ ਲੱਗੇ, ਤੂੰ ਤਾਂ ਸਾਰੇ ਜਗਤ ਨੂੰ ਜਿੱਤਿਆ ਹੈ, ਤੂੰ ਤਾਂ ਸਾਰੇ ਸੰਸਾਰ ਨੂੰ ਜਿੱਤਿਆ ਹੈ। ਇਸ ਫਕੀਰ ਕੈ ਸਾਹਮਣੇ, ਹੁਣ ਇਹ ਫਕੀਰ ਦੇ ਸਾਹਮਣੇ ਆ ਚਰਚਾ ਕਿਉ ਨਾ ਕਰੰਤ। ਕਿਉਂ ਪਿਛਾਂ ਹੋ ਕੇ ਬੈਠਾ ਹੈ, ਅੱਗੇ ਹੋ ਕੇ ਚਰਚਾ ਕਿਉਂ ਨਹੀਂ ਕਰਦਾ। ਪਰ ਭਾਵੇਂ ਕਿੰਨਾ ਵੀ ਕੋਈ ਵਿਦਵਾਨ ਹੋਵੇ, ਪਰ ਜਦੋਂ ਉਹਦੇ ਨਾਲੋਂ ਕੋਈ ਵੱਡਾ ਵਿਦਵਾਨ ਸਾਹਮਣੇ ਆਉਂਦਾ ਹੈ ਤੇ ਇੱਕ ਵਾਰ ਝਾਕ ਹੀ ਜਾਂਦਾ ਹੈ। ਅੱਜ ਤੱਕ ਇਹਨੇ ਤੇ ਪ੍ਰਤਾਪ ਵਾਲਾ ਕੋਈ ਵਿਦਵਾਨ, ਕੋਈ ਗਿਆਨੀ ਪੰਡਤ ਨਹੀਂ ਸੀ ਇਹਨਾਂ ਅੱਗੇ ਆਇਆ, ਤੇ ਨਾ ਹੀ ਕੋਈ ਇਹਦੇ ਅੱਗੇ ਟਿਕ ਸਕਿਆ ਸੀ। ਸਤਿਗੁਰਾਂ ਦਾ ਤੇਜ ਪ੍ਰਤਾਪ ਹੀ ਇਹਨਾਂ ਸੀ ਕਿ ਟਟਹਿਣਾ ਜਿਹੜਾ ਸੀ ਸੂਰਜ ਅੱਗੇ ਕੀ ਆਪਣਾ ਜਿਹੜਾ ਪ੍ਰਕਾਸ਼ ਦਿਖਾ ਸਕਦਾ ਸੀ। ਸਾਰੇ ਪੰਡਤ ਕਹਿਣ ਲੱਗੇ, ਨਾਨੂ ਪੰਡਤ ਨੂੰ ਕਹਿੰਦੇ, ਤੂੰ ਤਾਂ ਜਗਤ ਜਿੱਤਿਆ ਹੈ ਨਾ ਚਰਚਾ ਕਰਕੇ, ਹੁਣ ਤੂੰ ਇਹ ਫਕੀਰ ਦੇ ਸਾਹਮਣੇ ਕਿਉਂ ਨਹੀਂ ਆਉਂਦਾ, ਸਾਹਮਣੇ ਆ ਕੇ ਚਰਚਾ ਕਰ। ਬੇਤਾ ਅਗਮਾ ਨਿਗਮ ਕੋ, ਜਿੰਨੇ ਵੀ ਵੇਦ ਸ਼ਾਸਤਰ ਹਨ ਸਭਿਨ ਮੈਂ ਮਤਵੰਤ। ਸਾਰੇ ਵੇਦ ਸ਼ਾਸਤਰ ਤੂੰ ਪੜ੍ਹੇ ਹੋਏ ਨੇ, 4 ਵੇਦਾਂ ਦਾ ਤੂੰ ਗਿਆਤਾ ਹੈ। ਜਿਹੜੇ 27 ਸਿਮਰਤੀਆਂ ਨੇ, 6 ਸ਼ਾਸਤਰ ਨੇ, ਉਹਨਾਂ ਦਾ ਤੂੰ ਅਧਿਐਨ ਕੀਤਾ ਹੋਇਆ ਏ। ਚਾਉ ਪਈ ਸੁਨ ਕਰ ਨਾਨੂ ਪੰਡਿਤ ਤਬ ਹੀ। ਇਹਨਾਂ ਸਾਰਿਆਂ ਪੰਡਤਾਂ ਦੀਆਂ ਗੱਲਾਂ ਨਾਨੂ ਪੰਡਤ ਨੇ ਸੁਣੀਆਂ ਨੇ। ਬੋਲਿਓ ਸਭਿਨ ਪ੍ਰੇਰਿਓ ਜਬ ਹੀ। ਜਦੋਂ ਸਾਰਿਆਂ ਨੇ ਇਹਨੂੰ ਪ੍ਰੇਰਿਆ, ਹੰਕਾਰ ਦਾ ਇਹ ਭਰਿਆ ਸੀ, ਪਰ ਸਤਿਗੁਰਾਂ ਅੱਗੇ ਸਾਹਮਣੇ ਆਉਣ ਦੀ ਹਿੰਮਤ ਹੀ ਨਹੀਂ ਸੀ ਪੈਂਦੀ। ਪਰ ਸਾਰਿਆਂ ਦਾ ਪ੍ਰੇਰਿਆ ਹੋਇਆ ਇਹ ਨਾਨੂ ਪੰਡਤ। ਸ੍ਰੀ ਗੁਰ ਕੇਰ ਪ੍ਰਤਾਪ ਦਬਾਵਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਤਾਪ ਕਰਕੇ ਦੱਬਿਆ ਗਿਆ। ਭਾਵ ਇਹਦੀ ਹਿੰਮਤ ਹੀ ਨਹੀਂ ਹੋਈ ਕਿ ਮੈਂ ਅੱਗੇ ਆਪ ਆ ਜਾਵਾਂ। ਸਾਬਤ ਕੋਏ ਨਾ ਉੱਤਰ ਆਵਾ। ਕੋਈ ਵੀ ਉੱਤਰ ਗੁਰੂ ਜੀ ਅੱਗੇ ਨੂੰ ਸਾਬਤ ਨਹੀਂ ਆਇਆ।
ਇੱਕ ਤਾਂ ਹੁੰਦਾ ਹੈ ਨਾ ਕਿਸੇ ਦਲੀਲ ਦੇ ਨਾਲ ਕੋਈ ਉੱਤਰ ਦੇਣਾ, ਤੇ ਜਦ ਨਾ ਕੋਈ ਉੱਤਰ ਆਉਂਦਾ ਹੋਵੇ, ਕੇਵਲ ਬੰਦੇ ਨੂੰ ਅਭਿਮਾਨ ਹੋਵੇ, ਕੇਵਲ ਹੰਕਾਰ ਹੋਵੇ ਆਪਣੇ ਵਿਦਿਆ ਦਾ, ਤੇ ਕੋਈ ਨਾ ਕੋਈ ਕਿਤੋਂ ਨਾ ਕਿਤੋਂ ਪ੍ਰਮਾਣ ਲੱਭ ਕੇ ਅੱਗੇ ਰੱਖ ਹੀ ਦਿੰਦਾ, ਪਰ ਦਲੀਲ ਪੂਰਵਕ ਉੱਤਰ ਨਹੀਂ ਸੀ ਕੋਈ ਇਹਨੂੰ ਸਤਿਗੁਰਾਂ ਅੱਗੇ ਆ ਰਿਹਾ। ਏ ਫਕੀਰ ਤੈ ਕੀਨ ਕੁਕਰਮਾ। ਫਿਰ ਉਸੇ ਗੱਲ ਤੇ ਆ ਗਿਆ ਗੁਰੂ ਨਾਨਕ ਸਾਹਿਬ ਜੀ ਨੂੰ। ਨਾਨੂ ਪੰਡਤ ਕਹਿਣ ਲੱਗਾ, ਹੇ ਫਕੀਰ, ਮਹਾਰਾਜ ਨੂੰ ਕਹਿੰਦਾ ਹੈ, ਤੈਂ ਕੀਨ ਕੁਕਰਮਾ, ਤੂੰ ਬਹੁਤ ਮਾੜਾ ਕੰਮ ਜਿਹੜਾ ਇਸ ਧਰਤੀ ਤੇ ਇਸ ਤੀਰਥ ਤੇ ਕੀਤਾ ਹੈ। ਪੁਰਬ ਦਿਵਸ ਪੁਨ ਭਾਖਤ ਧਰਮਾ। ਅੱਜ ਪੁਰਬ ਵਾਲਾ ਦਿਨ ਹੈ, ਸੂਰਜ ਗ੍ਰਹਿਣ ਵਾਲਾ ਦਿਨ ਹੈ, ਤੇ ਤੂੰ ਐਸਾ ਇਹ ਮਾੜਾ ਕਰਮ ਕੀਤਾ ਹੈ। ਇਸ ਪ੍ਰਕਾਰ ਤੂੰ ਹਮੈ ਬਤਾਵੈ। ਇਹ ਦੱਸ, ਇਸ ਦਾ ਉੱਤਰ ਸਾਨੂੰ ਦੇ ਕੇ ਇਹ ਮਾੜਾ ਕੰਮ ਤੂੰ ਕਿਉਂ ਕੀਤਾ, ਇਸ ਗੱਲ ਦਾ ਸਾਨੂੰ ਉੱਤਰ ਦਵੋ। ਜਿਹ ਸਭ ਸ਼ਾਸਤਰ ਦੋਖ ਲਗਾਵੈ। ਜਿਸ ਕਰਮ ਕਰਨ ਦੇ ਵਿੱਚ ਸ਼ਾਸਤਰ ਦੋਸ਼ ਕਹਿੰਦੇ ਨੇ, ਸ਼ਾਸਤਰ ਵਰਜਦੇ ਹਨ ਕਿ ਗ੍ਰਹਿਣ ਵਾਲੇ ਦਿਨ ਜਾਂ ਕੋਈ ਪੁਰਬ ਵਾਲੇ ਦਿਨ ਇਹ ਜਿਹੜੇ ਕਰਮ ਹਨ ਇਹ ਤੀਰਥਾਂ ਦੇ ਉੱਤੇ ਨਹੀਂ ਕਰਨੇ। ਦਾਨ ਇਸ਼ਨਾਨ ਪੂਜਵੇ ਕਾਲਾ। ਇਹ ਜਿਹੜਾ ਦਿਨ ਹੈ ਇਹ ਦਾਨ ਕਰਨ ਦਾ, ਪੂਜਾ ਕਰਨ ਦਾ, ਇਸ਼ਨਾਨ ਕਰਨ ਦਾ ਸਮਾਂ ਹੈ। ਆਮਿਖ ਰੀਬਦਤ ਪਾਪ ਬਿਸਾਲਾ। ਜਿਹੜਾ ਇਹ ਬਰਤਨ ਦੇ ਵਿੱਚ ਮਾਸ ਰਿੰਨਿਆ ਜਾ ਰਿਹਾ ਹੈ, ਇਸ ਵਿੱਚ ਬੜਾ ਪਾਪ ਹੈ। ਕੈਸੂ ਤੇਰੂ ਅਹ ਸਿਧਾਂਤਾ। ਐ ਫਕੀਰ ਦੱਸ, ਤੇਰਾ ਸਿਧਾਂਤ ਕੀ ਹੈ, ਵਰਨ ਕੀ ਹੈ? ਦੇਖਣ ਦੇ ਵਿੱਚ ਤਾਂ ਤੁਸੀਂ ਸਾਡੇ ਵਰਗੇ ਹੀ ਲੱਗਦੇ ਹੋ, ਪਰ ਤੁਹਾਡਾ ਸਿਧਾਂਤ ਕੀ ਹੈ ਇਹ ਦੱਸੋ। ਤੇ ਇਹੋ ਹੀ ਦੱਸਣ ਵਾਸਤੇ ਮਹਾਰਾਜ ਜੀ ਨੇ ਕੌਤਕ ਰਚਿਆ ਸੀ। ਉੱਤਰ ਦੇ ਨਤ ਹੋਏ ਹੈ ਪਾਤਾ। ਕਹਿਣ ਲੱਗਾ, ਫਕੀਰ ਸਾਡੀ ਗੱਲ ਦਾ ਉੱਤਰ ਦਵੋ, ਨਹੀਂ ਤਾਂ ਇਹ ਸਾਰੇ ਪੰਡਤ ਜਿਹੜੇ ਨੇ, ਕਿਸੇ ਦੇ ਹੱਥ ਵਿੱਚ ਪੱਥਰ ਹੈ, ਕਿਸੇ ਦੇ ਹੱਥ ਵਿੱਚ ਸੋਟਾ ਹੈ, ਸਾਰੇ ਤੁਹਾਡੇ ਤੇ ਵਾਰ ਕਰਨਗੇ ਤੇ ਤੁਹਾਨੂੰ ਖਤਮ ਕਰ ਦੇਣਗੇ। ਦੋਹਰਾ ਸਭ ਬਿਦ ਬੇਤਾ ਸਤਿਗੁਰੂ। ਹੁਣ ਹਰ ਵਿਧੀ ਕਰਕੇ ਜਿਹੜੇ ਜਾਣਕਾਰ ਹਨ, ਵਿਦਿਆ ਨੂੰ ਰਚਣ ਵਾਲੇ ਸਤਿਗੁਰੂ ਜੀ, ਬੋਲੇ ਬਚ ਤਤਕਾਲ। ਤਤਕਾਲ ਮਹਾਰਾਜ ਜੀ ਨੇ ਇਹਦੇ ਕਹਿਣ ਦੇ ਨਾਲ ਹੀ, ਪ੍ਰਸ਼ਨ ਕਰਦਿਆਂ ਹੀ ਸਤਿਗੁਰੂ ਜੀ ਨੇ ਉਸ ਵਕਤ ਪਾਤਸ਼ਾਹ ਜੀ ਨੇ ਬਚਨ ਉਚਾਰਿਆ। ਦਿਵਸ ਸੰਨਿਆਸੀ ਅਪਰ ਨਰ ਸੁਨਹਿ ਭੀਰ ਵਿਸਾਲ। ਜਿੰਨੇ ਉੱਥੇ ਬੈਠੇ ਸਨ, ਸੰਨਿਆਸੀ ਬੈਠੇ ਸਨ, ਜਿੰਨੇ ਵੀ ਬਾਨਪ੍ਰਸਤੀ ਉੱਥੇ ਚੱਲ ਕੇ ਆਏ ਸੀ, ਜਿੰਨੇ ਵਿਦਵਾਨ ਪੰਡਤ ਬੈਠੇ ਸਨ, ਸਾਰਿਆਂ ਦੇ ਤਾਈਂ ਮਹਾਰਾਜ ਜੀ ਨੇ ਸੁਣਾ ਕੇ ਬਚਨ ਉਚਾਰਨ ਕੀਤਾ ਹੈ। ਪਰ ਭਾਵੇਂ ਪਰਥਾਏ ਇਹਨਾਂ ਦੇ ਉਚਾਰਿਆ ਉਪਦੇਸ਼ ਸਾਰਿਆਂ ਲਈ ਸਾਂਝਾ ਹੈ। ਇਹ ਪਾਵਨ ਗੁਰਦੇਵ ਜੀ ਨੇ ਮਲਹਾਰ ਰਾਗ ਦੇ ਅੰਦਰ ਪਾਵਨ ਸ਼ਬਦ ਉਚਾਰਨ ਕੀਤਾ ਹੈ। ਮਹੱਲਾ ਪਹਿਲਾ। ਪਹਿਲੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਹੈ। ਮਾਸ ਮਾਸ ਕਰ ਮੂਰਖ ਝਗੜੇ। ਗੁਰਦੇਵ ਕਹਿੰਦੇ ਹਨ ਕਿ ਜਿਹੜੇ ਅਗਿਆਨੀ ਲੋਕ ਨੇ ਨਾ, ਉਹ ਮਾਸ ਮਾਸ ਕਰਕੇ ਝਗੜਦੇ ਹਨ। ਖਾਣ ਵਾਲਾ ਉਸ ਤਰ੍ਹਾਂ ਦੀ ਗੱਲ ਕਰਦਾ ਏ, ਨਾ ਖਾਣ ਵਾਲਾ ਉਸ ਤਰ੍ਹਾਂ ਦੀ ਗੱਲ ਕਰਦਾ ਏ, ਪਰ ਆਪਸ ਦੇ ਵਿੱਚ ਝਗੜਦੇ ਹਨ। ਜਿਹੜਾ ਕੰਮ ਕਰਨਾ ਸੀ ਉਹਨੂੰ ਤਾਂ ਤਿਆਗ ਹੀ ਦਿੱਤਾ, ਪਰ ਆਪਸ ਦੇ ਵਿੱਚ ਅਗਿਆਨੀ ਲੋਕ ਝਗੜਾ ਪਾ ਕੇ ਖੜੇ ਹਨ। ਅਸਲ ਵਿੱਚ ਤਾਂ ਪਤਾ ਹੀ ਨਹੀਂ ਹੈ ਕਿ ਮਾਸ ਹੈ ਕੀ। ਠੀਕ ਹੈ, ਜਿਹੜੇ ਮਾਸਾਹਾਰੀ ਮਾਸ ਖਾਂਦੇ ਨੇ ਉਹਨਾਂ ਦੇ ਪਰਥਾਏ ਕੁਝ ਸ਼ਾਸਤਰ, ਕੁਝ ਧਾਰਮਿਕ ਗ੍ਰੰਥ ਜਿਹੜੇ ਉਹ ਵਰਜਦੇ ਨੇ, ਪਰ ਉਹਨਾਂ ਨਾਲੋਂ ਵੀ ਕਈ ਮਾੜੇ ਕੁਕਰਮ ਹਨ ਜਿਹੜੇ ਕਰਨ ਦੇ ਨਾਲ ਵੱਧ ਪਾਪ ਲੱਗਦਾ ਹੈ, ਬੰਦਾ ਵੱਧ ਪਾਪੀ ਹੁੰਦਾ ਹੈ। ਉਹ ਮਾੜੇ ਕਰਮ ਕਿਹੜੇ ਹਨ, ਉਹਨਾਂ ਬਾਰੇ ਵੀ ਗੁਰਦੇਵ ਅੱਗੇ ਦੱਸਣਗੇ, ਸਤਿਗੁਰੂ ਚਾਨਣ ਪਾਉਣਗੇ। ਗਿਆਨ ਧਿਆਨ ਨਹੀਂ ਜਾਣੈ। ਨਾ ਹੀ ਨਿਰਗੁਣ ਦੇ ਗਿਆਨ ਬਾਰੇ ਜਾਣਦੇ ਨੇ, ਤੇ ਨਾ ਹੀ ਕੋਈ ਸਰਗੁਣ ਦੇ ਧਿਆਨ ਦੀ ਕੋਈ ਸੋਝੀ ਹੈ। ਕੌਣ ਮਾਸ ਕੌਣ ਸਾਗ ਕਹਾਵੈ। ਕੌਣ ਮਾਸ ਕੌਣ ਸਾਗ ਕਹਾਵੈ। ਮਾਸ ਕੀ ਹੈ ਤੇ ਸਾਗ ਕੀ ਹੈ। ਇਸ ਪਹਿਮਾ ਪਾਪ ਸਮਾਣੇ। ਕਿ ਕਿਹਦੇ ਵਿੱਚ ਪਾਪ ਸਮਾਏ ਹੋਏ ਹਨ। ਜਿਹੜਾ ਪਰਾਇਆ ਹੱਕ ਖਾਣਾ ਕਿਸੇ ਦਾ, ਇਹ ਮਾਸ ਕਹਾਉਂਦਾ ਹੈ। ਮਹਾਰਾਜ ਦੇ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਮ ਮੁਰਦਾਰ ਨਾ ਖਾਏ। ਇਹ ਤਾਂ ਮੁਰਦਾ ਖਾਣ ਦੇ ਬਰਾਬਰ ਹੈ ਪਰਾਇਆ ਹੱਕ, ਪਰਾਈ ਨਿੰਦਿਆ, ਪਰਾਈ ਚੁਗਲੀ। ਮਹਾਰਾਜ ਕਹਿੰਦੇ ਹਨ ਕਿ ਇਹ ਮਾਸ ਹੈ। ਸਾਗ ਕੀ ਹੈ। ਜਿਹੜਾ ਆਪਣਾ ਹੱਕ ਖਾਣਾ, ਕਿਰਤ ਕਮਾਈ ਕਰਨੀ, ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖਾਣਾ, ਇਹ ਸਾਗ ਹੈ। ਕਿਸਮੈ ਪਾਪ ਸਮਾਨ ਹੈ। ਜਿਹੜੇ ਕਰਮ ਕਰਨ ਦੇ ਵਿੱਚ ਪਾਪ ਹੋਵੇ, ਜਿਸ ਕਰਮ ਦੇ ਵਿੱਚ ਹਿੰਸਾ ਹੋਵੇ, ਜਿਸ ਕਰਮ ਦੇ ਵਿੱਚ ਕਿਸੇ ਨੂੰ ਦੁੱਖ ਦੇਣਾ ਹੋਵੇ, ਉਹਦੇ ਵਿੱਚ ਪਾਪ ਸਮਾਏ ਹੁੰਦੇ ਨੇ।
ਜਦੋਂ ਆਪਾਂ ਕਿਸੇ ਦੇ ਨਾਲ ਧੱਕਾ ਕਰਦੇ ਹਾਂ, ਬੇਈਮਾਨੀ ਕਰਦੇ ਹਾਂ, ਕਿਸੇ ਨੂੰ ਲੁੱਟਦੇ ਹਾਂ, ਤੇ ਜਦੋਂ ਹੱਕ ਮਾਰ ਕੇ ਘਰ ਆਪਣੇ ਲਿਆਉਂਦੇ ਆ ਤੇ ਇਹਦੇ ਵਿੱਚ ਕਿਸੇ ਦਾ ਨੁਕਸਾਨ ਕਰਕੇ ਕਿਸੇ ਨੂੰ ਦੁੱਖ ਦੇ ਕੇ ਘਰ ਆਈਦਾ। ਇਹ ਤਾਂ ਮਾਸ ਹੈ। ਮਹਾਰਾਜ ਕਹਿੰਦੇ ਪਰਾਇਆ ਹੱਕ ਖਾਣਾ, ਕਿਸੇ ਨੂੰ ਦੁੱਖ ਦੇਣਾ, ਇਹ ਮਾਸ ਹੈ। ਤੇ ਸਾਗ ਕੀ ਹੈ? ਜਿਹੜਾ ਆਪਣਾ ਹੱਕ ਧਰਮ ਦੀ ਕਮਾਈ ਕਰਨੀ, ਇਹ ਸਾਗ ਕਹਾਉਂਦਾ ਹੈ। ਗੈਂਡਾ ਮਾਰ ਹੋਮ ਜਗ ਕੀਏ, ਤੇ ਗੈਂਡਾ ਮਾਰ ਹੋਮ ਜਗ ਕੀਏ, ਜਿਹੜੇ ਜਗ ਕਰਦੇ ਹਨ, ਹਵਨ ਕਰਦੇ ਹਨ, ਸ਼ਾਸਤਰਾਂ ਨੂੰ ਪੜ੍ਹ ਕੇ ਗੈਂਡਾ ਮਾਰ ਹੋਮ ਜਗ ਕੀਏ, ਤੇ ਉਹਦੇ ਵਿੱਚ ਗੈਂਡੇ ਮਾਰਦੇ ਹਨ ਜਗ ਕਰਨ ਵਾਸਤੇ। ਦੇਵਤਿਆ ਕੀ ਬਾਣੇ, ਦੇਵਤਿਆਂ ਕੀ ਬਾਣੇ, ਤੇ ਦੇਵਤਿਆਂ ਦੀ ਜਿਹੜੀ ਬਾਣੀ ਹੈ ਉਹ ਫਿਰ ਪੜ੍ਹਦੇ ਹਨ। ਗੈਂਡਾ ਮਾਰ ਹੋਮ ਜਗ ਕੀਏ, ਗੈਂਡੇ ਮਾਰਨੇ, ਘੋੜੇ ਮਾਰਨੇ, ਤੇ ਦੇਵਤਿਆਂ ਦੀ ਜਿਹੜੀ ਰਚੀ ਹੈ ਜਾਂ ਵੇਦਾਂ ਦੀ ਬਾਣੀ ਪੜ੍ਹੀ ਜਾਂਦੀ ਹੈ। ਮਾਸ ਛੋੜ ਬੈਸ ਨਕ ਪਕੜੈ, ਆਪਣੇ ਆਪ ਨੂੰ ਕਹਿੰਦੇ ਨੇ ਵੈਸ਼ਨੂ ਹਾਂ ਅਸੀਂ ਮਾਸ ਤੇ ਤਿਆਗੀ ਹਾਂ, ਮਾਸ ਦੇ ਨੇੜੇ ਨਹੀਂ ਜਾਂਦੇ। ਕਿਤੇ ਮਾਸ ਰਿੰਨਿਆ ਜਾਂਦਾ ਹੋਵੇ ਤੇ ਆਪਣੇ ਨੱਕ ਨੂੰ ਪਕੜਦੇ ਹਨ, ਲੋਕਾਂ ਨੂੰ ਦੱਸਣ ਵਾਸਤੇ, ਦਿਖਾਵੇ ਵਾਸਤੇ। ਰਾਤੀ ਮਾਨਸ ਖਾਣੇ, ਤੇ ਰਾਤੀ ਮਾਨਸ ਖਾਣੇ, ਤੇ ਰਾਤ ਨੂੰ ਤਾਂ ਮਾਨਸ ਖਾਣੇ ਮਨੁੱਖਾਂ ਨੂੰ ਹੀ ਖਾ ਜਾਂਦੇ ਹਨ। ਪਰ ਕਰ ਲੋਕਾਂ ਨੂੰ ਦਿਖਲਾਵੇ, ਫੜ ਕਰ ਲੋਕਾਂ ਨੂੰ ਦਿਖਲਾਵੇ, ਨੱਕ ਫੜ ਕੇ ਲੋਕਾਂ ਨੂੰ ਦਿਖਾਉਂਦੇ ਹਨ। ਗਿਆਨ ਧਿਆਨ ਨਹੀਂ ਸੂਝੈ, ਨੱਕ ਨੂੰ ਫੜ ਕੇ ਲੋਕਾਂ ਨੂੰ ਦਿਖਾਉਂਦੇ ਹਨ। ਗਿਆਨ ਧਿਆਨ ਨਹੀਂ ਸੂਝੈ, ਨਾ ਨਿਰਗੁਣ ਦਾ ਗਿਆਨ ਹੈ ਤੇ ਨਾ ਹੀ ਸਰਗੁਣ ਦੇ ਧਿਆਨ ਬਾਰੇ ਜਾਣਦੇ ਹਨ। ਨਾਨਕ ਅੰਦੇ ਸਿਉ ਕਿਆ ਕਹੀਐ, ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਅਗਿਆਨੀ ਲੋਕ ਨੇ, ਜਿਹੜੇ ਅੰਦਰੋਂ ਅੰਨੇ ਹਨ, ਉਹਨਾਂ ਦੇ ਤਾਈਂ ਕੀ ਉਪਦੇਸ਼ ਦਈਏ। ਕਹੈ ਨ ਕਹਿਆ ਬੂਝੇ, ਜੇ ਨਾਮ ਜਪਣ ਬਾਰੇ ਉਹਨਾਂ ਨੂੰ ਕਹਿੰਦੇ ਹਾਂ, ਕਹਿਆ ਨਾ ਬੂਝੈ, ਉਹ ਕਿਹਾ ਹੋਇਆ ਨਹੀਂ ਸਮਝਦੇ, ਜਾਣਦੇ ਨਹੀਂ ਹਨ। ਅੰਦਾ ਸੋਏ ਜੇ ਅੰਧ ਕਮਾਵੈ, ਸੁਣ ਕੇ ਨਾਨੂ ਪੰਡਤ ਅਤੇ ਸਾਰੇ ਪੰਡਤ ਕਹਿਣ ਲੱਗੇ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਅਸੀਂ ਅੰਨੇ ਆ, ਸਾਡੀਆਂ ਤੇ ਅੱਖਾਂ ਹਨ, ਤੇ ਅੱਖਾਂ ਦੇ ਹੁੰਦਿਆਂ ਹੋਇਆਂ ਅਸੀਂ ਕਿਸ ਤਰ੍ਹਾਂ ਅੰਨੇ ਹੋ ਸਕਦੇ ਹਾਂ। ਮਹਾਰਾਜ ਕਹਿਣ ਲੱਗੇ ਅੰਧਾ ਸੋਏ ਜੇ ਅੰਧ ਕਮਾਵੇ। ਅਸਲ ਵਿੱਚ ਅੰਨਾ ਉਹ ਹੈ ਜਿਹੜਾ ਅਗਿਆਨੀਆਂ ਵਾਲੇ ਕਰਮ ਕਰਦਾ ਹੈ। ਗੁਰਦੇਵ ਦਾ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੀ। ਉਹਨਾਂ ਨੂੰ ਅੰਨੇ ਨਹੀਂ ਕਿਹਾ ਜਾਂਦਾ ਜਿਨ੍ਹਾਂ ਦੀਆਂ ਅੱਖਾਂ ਨਹੀਂ। ਆਪਾਂ ਦੇਖਦੇ ਹੀ ਹਾਂ ਕਿ ਜਿਨ੍ਹਾਂ ਦੀਆਂ ਅੱਖਾਂ ਨਹੀਂ, ਉਹਨਾਂ ਨੇ ਤਾਂ ਵਿਦਿਆ ਪ੍ਰਾਪਤ ਕੀਤੀ ਹੋਈ ਹੈ। ਗੁਰਮਤਿ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਬੜੇ ਬੜੇ ਮਹਾਂਪੁਰਖ ਪੰਥ ਦੇ ਵਿੱਚ ਹੋਏ ਹਨ, ਕਮਾਈ ਵਾਲੇ ਸਾਧੂ ਜਨ ਹੋਏ ਨੇ, ਰਾਗੀ ਸਿੰਘ ਸਾਹਿਬਾਨ ਹੋਏ ਨੇ, ਕਥਾਵਾਚਕ ਹੋਏ ਹਨ, ਜਿਨ੍ਹਾਂ ਦੀਆਂ ਅੱਖਾਂ ਨਹੀਂ ਕੰਮ ਕਰਦੀਆਂ, ਨੇਤਰ ਨਹੀਂ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਇਹ ਜਿਹੜੇ ਹਨ ਇਹ ਨੇਤਰਾਂ ਤੋਂ ਹੀਣੇ ਨੇ, ਪਰ ਉਹਨਾਂ ਨੂੰ ਅਗਿਆਨੀ ਨਹੀਂ ਕਿਹਾ ਜਾ ਸਕਦਾ। ਅਗਿਆਨੀ ਉਹ ਹੈ, ਅੰਨਾ ਉਹ ਹੈ, ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ, ਅੰਧੇ ਸਈ ਨਾਨਕਾ ਖਸਮੋਂ ਕੁੱਥੇ ਜਾਹੇ। ਅੰਨੇ ਉਹ ਹਨ ਜਿਹੜੀ ਪ੍ਰਭੂ ਦੀ ਭਗਤੀ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਜਿਨ੍ਹਾਂ ਦੇ ਵਿਚਾਰ ਰੂਪੀ ਅੰਦਰ ਨੇਤਰ ਨਹੀਂ ਹਨ, ਉਹ ਅੰਨੇ ਹਨ। ਤੇ ਗੁਰਦੇਵ ਕਹਿਣ ਲੱਗੇ ਅੰਧਾ ਸੋਏ ਜੇ ਅੰਧ ਕਮਾਵੇ। ਅਸਲ ਵਿੱਚ ਅੰਨਾ ਉਹ ਹੈ ਜਿਹੜਾ ਅਗਿਆਨੀਆਂ ਵਾਲੇ ਕਰਮ ਕਰਦਾ ਹੈ। ਤਿਸ ਹਿਰਦੈ ਸੇ ਲੋਚਨ ਨਾਹੀ, ਉਹਨਾਂ ਦੇ ਹਿਰਦੇ ਦੇ ਵਿੱਚ ਬੁੱਧੀ ਰੂਪ ਨੇਤਰ ਨਹੀਂ ਹਨ। ਮਾਤ ਪਿਤਾ ਕੀ ਰਕਤ ਨਿਪੰਨੇ, ਮਾਤਾ ਤੇ ਪਿਤਾ ਦੀ ਲਹੂ ਤੋਂ ਤੁਹਾਡੀ ਨਿਪੰਨੇ ਭਾਵ ਸਥਿਤੀ ਹੋਈ ਹੈ। ਮੱਛੀ ਮਾਸ ਨਾ ਖਾਹੀ, ਤੇ ਲੋਕਾਂ ਨੂੰ ਕਹਿ ਕੇ ਦੱਸਦੇ ਹੋ ਕਿ ਅਸੀਂ ਮੱਛੀ ਦਾ ਮਾਸ ਨਹੀਂ ਖਾਂਦੇ। ਇਹ ਤਾਂ ਕਹਿੰਦੇ ਨੇ ਕਿਉਂਕਿ ਇਹਨਾਂ ਦਾ ਮੰਨਣਾ ਕਿ ਜਿਹਨੇ ਮੱਛੀ ਦਾ ਮਾਸ ਖਾ ਲਿਆ ਉਹਨੇ ਸਾਰੀ ਮਾਸ ਖਾ ਲਏ, ਕਿਉਂਕਿ ਮੱਛੀ ਇੱਕ ਐਸੀ ਹੈ ਜਿਹੜੇ ਕੋੜੀ ਦੇ ਮਾਸ ਨੂੰ ਵੀ ਖਾ ਜਾਂਦੀ ਹੈ, ਤੇ ਜਿਹਨੇ ਉਹਨੂੰ ਖਾਦਾ ਉਹਨੇ ਸਾਰੇ ਮਾਸ ਖਾ ਲਏ। ਮਹਾਰਾਜ ਕਹਿੰਦੇ ਇਹ ਤਾਂ ਲੋਕਾਂ ਨੂੰ ਕਹਿ ਕੇ ਦੱਸਦੇ ਹੋ ਕਿ ਅਸੀਂ ਮੱਛੀ ਦਾ ਮਾਸ ਨਹੀਂ ਖਾਂਦੇ, ਪਰ ਜਿਹੜੇ ਹੱਕ ਪਰਾਏ ਖਾਂਦੇ ਹੋ,
ਜਿਹੜੇ ਬਿਭਚਾਰੀ ਹੋ ਕੇ ਵਿਕਾਰ ਭੋਗਦੇ ਹੋ ਤਾਂ ਮੱਛੀ ਦੇ ਮਾਸ ਨਾਲੋਂ ਵੀ ਬੁਰੇ ਹਨ। ਇਸਤਰੀ ਪੁਰਖੈ ਜਾਂ ਨਿਸ ਮੇਲਾ, ਇਸਤਰੀ ਅਤੇ ਪੁਰਖ ਦਾ ਜਦ ਰਾਤ ਨੂੰ ਮਿਲਾਪ ਹੁੰਦਾ ਹੈ ਉਥੈ ਮੰਦ ਕਮਾਹੀ, ਉੱਥੇ ਵੀ ਤਾਂ ਤੁਸੀਂ ਵਿਕਾਰ ਭੋਗਦੇ ਹੋ। ਮਾਸੋ ਨਿੰਮੇ ਮਾਸੋ ਜੰਮੇ, ਮਾਸ ਤੋਂ ਹੀ ਸਥਿਤੀ ਹੋਈ ਹੈ ਤੇ ਮਾਸ ਤੋਂ ਹੀ ਜੀਵ ਜੰਮੇ ਹਨ। ਹਮ ਮਾਸਾ ਕੇ ਭਾਂਡੇ, ਅਸੀਂ ਸਾਰੇ ਜੀਵ ਮਾਸ ਦੇ ਹੀ ਭਾਂਡੇ ਬਰਤਨ ਹਾਂ। ਗਿਆਨ ਧਿਆਨ ਕਛ ਸੂਝੈ ਨਾਹੀ, ਨਿਰਗੁਣ ਦਾ ਗਿਆਨ ਸਰਗੁਣ ਦੇ ਧਿਆਨ ਬਾਰੇ ਕੋਈ ਸੋਝੀ ਨਹੀਂ ਹੈ। ਚਤੁਰ ਕਹਾਵੈ ਪਾਂਡੇ, ਹੈ ਪਾਂਡੇ ਆਪਣੇ ਆਪ ਨੂੰ ਬੜੇ ਚਤੁਰ ਤੇ ਬੜੇ ਵਿਦਵਾਨ ਕਹਾਉਂਦੇ ਹੋ। ਇਹੋ ਹੀ ਤਾਂ ਸਿੱਖਿਆ ਦੇਣ ਵਾਸਤੇ ਮਹਾਰਾਜ ਆਏ ਨੇ ਕਿ ਪਹਿਰਾਵਾ ਪਾ ਕੇ ਵਿਦਿਆ ਪੜ੍ਹ ਕੇ ਲੋਕਾਂ ਨੂੰ ਦੱਸਣਾ ਕਿ ਸੰਨਿਆਸੀ ਹਾਂ, ਅਸੀਂ ਵੱਡੇ ਪੰਡਤ ਹਾਂ, ਵੱਡੇ ਗਿਆਨੀ ਹਾਂ, ਪਰ ਜਿਹੜਾ ਮੁੱਖ ਕਰਮ ਹੈ ਉਹ ਕੀ ਹੈ? ਗਿਆਨ ਧਿਆਨ, ਨਿਰਗੁਣ ਦੇ ਗਿਆਨ ਬਾਰੇ ਜਾਣਨਾ, ਉਹਦਾ ਗਿਆਨ ਹੋਣਾ ਤੇ ਸਰਗੁਣ ਦੇ ਧਿਆਨ ਵਿੱਚ ਜੁੜ ਜਾਣਾ। ਆਪਾਂ ਸਾਰੇ ਬੈਠ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ। ਇਹ ਮਹਾਰਾਜ ਜੀ ਦਾ ਸਰਗੁਣ ਸਰੂਪ ਹੈ। ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ 3 ਰੂਪ ਹੈ ਮੋਹੇ ਕੋ, ਸੁਨੋ ਆਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਏਕ ਰੂਪ ਤਿਹੁ ਗੁਣ ਤੇ ਪਰੈ, ਇੱਕ ਗੁਣ ਜਿਹੜਾ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਾ, ਇੱਕ ਰੂਪ ਉਹ ਹੈ ਤੇ ਗੁਰ ਸ਼ਬਦ ਜਿਹੜਾ ਹੈ ਉਹ ਸਰਗੁਣ ਸਰੂਪ ਹੈ। ਇੱਕ ਗੁਰਦੇਵ ਕਹਿੰਦੇ ਨੇ ਕਿ ਏਕ ਰੂਪ ਜਿਹੜਾ ਤੀਸਰ ਰੂਪ ਸਿੱਖ ਹੈ ਮੋਰ ਗੁਰਬਾਣੀ ਰਤ ਜਿਹ ਨਿਸਭੂਰ, ਜਿਹੜੇ ਗੁਰਬਾਣੀ ਦੇ ਵਿੱਚ ਰੰਗੇ ਰਹਿੰਦੇ ਨੇ, ਨਾਮ ਜਪਦੇ ਹਨ, ਇੱਕ ਉਹ ਸਾਡਾ ਰੂਪ ਹਨ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਪ੍ਰਤੱਖ ਦਰਸ਼ਨ ਕਰ ਰਹੇ ਹਾਂ, ਪ੍ਰਭੂ ਦੇ ਸਰਗੁਣ ਸਰੂਪ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹਨ ਕਿ ਨਾ ਤੇ ਨਿਰਗੁਣ ਬਾਰੇ ਕੋਈ ਗਿਆਨ ਹੈ, ਨਾ ਸਰਗੁਣ ਦੇ ਧਿਆਨ ਵਿੱਚ ਤੁਸੀਂ ਜੁੜਦੇ ਹੋ। ਜਿਹੜਾ ਕਰਮ ਕਰਨਾ ਸੀ ਉਹ ਕੀਤਾ ਹੀ ਨਾ, ਕੇਵਲ ਪਹਿਰਾਵਾ ਪਾ ਕੇ ਤੇ ਲੋਕਾਂ ਨੂੰ ਭਰਮਾਂ ਦੇ ਵਿੱਚ ਪਾ ਦਿੱਤਾ। ਨਾ ਆਪ ਕੋਈ ਪਰਮਾਰਥ ਦੀ ਸੋਝੀ ਹੈ ਤੇ ਨਾ ਦੂਜੇ ਨੂੰ ਉਹ ਸੋਝੀ ਦੇਨੇ ਹੋ। ਬਾਹਰ ਕਾ ਮਾਸ ਮੰਦਾ ਸੁਆਮੀ, ਕਹਿੰਦੇ ਹੋ ਐ ਸੁਆਮੀ ਹੈ ਪੰਡਤ ਜੀ, ਆਪਣੇ ਆਪ ਦੇ ਵਿੱਚ ਤਾਂ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਕਿ ਅਸੀਂ ਸੁਆਮੀ ਮਾਲਕ ਹਾਂ, ਕਿਉਂਕਿ ਬ੍ਰਾਹਮਣ ਨੂੰ ਮੁੱਖ ਮੰਨਿਆ ਜਾਂਦਾ ਸੀ। ਵਿਆਹ ਕਾਰਜ ਹੋਈ ਤਾਂ ਸਕਦੇ ਸਨ ਜੇ ਬ੍ਰਾਹਮਣ ਵਿੱਚ ਹੋਵੇ, ਤੇ ਇੱਥੋਂ ਤੱਕ ਕਿ ਬ੍ਰਾਹਮਣ ਨੂੰ ਵਿੱਚ ਰੱਖ ਕੇ ਵੀ ਫੇਰੇ ਕੀਤੇ ਜਾਂਦੇ ਸੀ ਕਿ ਤੁਸੀਂ ਆਪਣੇ ਆਪ ਨੂੰ ਤਾਂ ਸੁਆਮੀ ਮਾਲਕ ਕਹਾਉਂਦੇ ਹੋ ਤੇ ਕਹਿੰਦੇ ਹੋ ਬਾਹਰ ਕਾ ਮਾਸ ਮੰਦਾ, ਤੇ ਬਾਹਰਲਾ ਜਿਹੜਾ ਮਾਸ ਬਹੁਤ ਮੰਦਾ ਭੈੜਾ ਬੁਰਾ ਹੈ। ਘਰ ਕਾ ਮਾਸ ਚੰਗੇਰਾ, ਤੇ ਘਰ ਦੇ ਮਾਸ ਨੂੰ ਚੰਗਾ ਸਮਝਦੇ ਹੋ। ਦਵੈਤ ਬਿਰਤੀ ਹੋਣ ਕਰਕੇ, ਈਰਖਾ ਵਾਲੀ ਬਿਰਤੀ ਹੋਣ ਕਰਕੇ ਬਾਹਰ ਕਾ ਮਾਸ ਮੰਦਾ, ਜਿਹੜਾ ਬਾਹਰਲਾ ਮਾਸ, ਜਿਹੜੇ ਦੂਜੇ ਜੀਵ ਨੇ, ਜਿਹੜੇ ਮਾਸ ਸਰੀਰ ਦੂਜੇ ਬਣੇ ਹਨ ਮਾਸ ਦੇ, ਉਹਨਾਂ ਨੂੰ ਕਹਿੰਦੇ ਹੋ ਕਿ ਮੰਦਾ ਹੈ, ਇਹ ਬੁਰੇ ਨੇ, ਆ ਭੈੜੇ ਨੇ। ਘਰ ਕਾ ਮਾਸ ਚੰਗੇਰਾ, ਜਿਹੜੀ ਘਰ ਵਾਲੀ ਇਸਤਰੀ ਹੈ, ਬੱਚੇ ਹਨ, ਉਹ ਮਾਸ ਤੁਹਾਨੂੰ ਚੰਗਾ ਲੱਗਦਾ ਹੈ ਆਪਣਾ ਹੋਣ ਕਰਕੇ। ਜੀ ਜੰਤ ਸਭ ਮਾਸੋ ਹੋਏ, ਪਰ ਜਿੰਨੇ ਵੀ ਜੀਵ ਪੈਦਾ ਹੋਏ ਨੇ, ਜੰਤੂ ਪੈਦਾ ਹੋਏ ਨੇ, ਸਾਰੇ ਹੋਇਆ ਹੈ। ਭਖ ਭਖ ਹੈ ਭਖ ਤਜ ਛੋਡੇ, ਹਾਂ, ਅੰਧ ਗੁਰੂ ਜਿਨ ਕੇਰਾ, ਜਿਨ੍ਹਾਂ ਦਾ ਗੁਰੂ ਅੰਧਾ ਹੈ ਨਾ, ਤੇ ਗੁਰਦੇਵ ਕਹਿੰਦੇ ਉਹ ਫਿਰ ਕੀ ਕਰਦੇ ਨੇ? ਅਭਖ ਭਖ ਹੈ। ਅਭਖ ਦਾ ਅਰਥ ਹੁੰਦਾ ਨਾ ਖਾਣ ਵਾਲੀਆਂ ਵਸਤੂਆਂ ਨੂੰ ਭਖੈ ਖਾਂਦੇ ਹਨ, ਤੇ ਭਖੈ ਤਜ ਛੋਡਾ, ਜਿਹੜੀ ਵਸਤੂ ਖਾਣ ਵਾਲੀ ਹੈ, ਜਿਹਨੂੰ ਸ਼ਾਸਤਰ ਗ੍ਰੰਥ ਕਹਿੰਦੇ ਹਨ ਖਾਣ ਵਾਸਤੇ ਜਾਂ ਪ੍ਰਭੂ ਨੇ ਖਾਣ ਵਾਸਤੇ ਦਿੱਤੇ ਨੇ, ਉਹ ਤਾਂ ਖਾਂਦੇ ਨਹੀਂ, ਤੇ ਜਿਹੜੀਆਂ ਵਸਤੂਆਂ ਨਾ ਖਾਣ ਵਾਲੀਆਂ ਨੇ ਉਹਨਾਂ ਨੂੰ ਤੁਸੀਂ ਖਾਂਦੇ ਹੋ। ਮਾਸੋ ਨਿੰਮੇ ਮਾਸੋ ਜੰਮੇ, ਮਾਸ ਤੋਂ ਹੀ ਸਥਿਤ ਹੋਏ ਹਨ ਤੇ ਮਾਸ ਤੋਂ ਹੀ ਜੰਮੇ ਹਨ ਸਾਰੇ। ਹਮ ਮਾਸਾ ਕੇ ਭਾਂਡੇ, ਤਮਾਮ ਜੀਵ ਅਸੀਂ ਸਾਰੇ ਮਾਸ ਦੇ ਹੀ ਭਾਂਡੇ ਹਾਂ। ਗਿਆਨ ਧਿਆਨ ਕਸ ਸੂਝੈ ਨਾਹੀ, ਨਿਰਗੁਣ ਦਾ ਗਿਆਨ ਸਰਗੁਣ ਦਾ ਧਿਆਨ ਕੋਈ ਵੀ ਨਹੀਂ ਜਾਣਦੇ। ਚਤੁਰ ਕਹਾਵੈ ਪਾਂਡੇ, ਆਪਣੇ ਆਪ ਦੇ ਵਿੱਚ ਐ ਪੰਡਤੋ ਬੜੇ ਚਤੁਰ ਸਿਆਣੇ ਕਹਾਉਂਦੇ ਹੋ। ਮਾਸ ਪੁਰਾਣੀ ਮਾਸ ਕਤੇਬੀ, ਪੁਰਾਣਾਂ ਵਿੱਚ ਵੀ ਲਿਖਿਆ ਹੈ ਕਿ ਜੀਵਾਂ ਨੂੰ ਮਾਰ ਕੇ ਬਲੀ ਦਿਓ, ਤੇ ਕਤੇਬਾਂ ਦੇ ਵਿੱਚ ਜਿਹੜੇ ਇਸਲਾਮਿਕ ਗ੍ਰੰਥ ਨੇ ਉਹਨਾਂ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਜੀਵਾਂ ਨੂੰ ਮਾਰ ਕੇ ਬਲੀ ਦਿਓ। ਚਹੁ ਜੁਗ ਮਾਸ ਕਮਾਣਾ, ਤੇ ਪੁਰਾਣਾ ਅਤੇ ਕਤੇਬਾਂ ਅਨੁਸਾਰ ਚੌਹਾਂ ਯੁੱਗਾਂ ਦੇ ਵਿੱਚ ਉਹਨਾਂ ਨੂੰ ਮੰਨ ਕੇ ਉਸੇ ਤਰ੍ਹਾਂ ਕੀਤਾ ਜਾਂਦਾ ਹੈ। ਜਜ ਕਾਜ ਵਿਆਹੇ ਸੁਹਾਵੈ, ਜਦ ਪੂਜਾ ਕਰਦੇ ਹੋ ਜਾਂ ਵਿਆਹ ਕਾਰਜ ਕੋਈ ਕਰਦੇ ਹੋ,
ਉਹਦੇ ਵਿੱਚ ਵੀ ਮਾਸ ਹੀ ਸੁਹਾਵੈ ਸ਼ੋਭਦਾ ਹੈ। ਉਥੈ ਮਾਸ ਸਮਾਣਾ। ਜਿਹੜੇ ਜਿੰਨੇ ਸਰੀਰ ਉੱਥੇ ਇਕੱਠੇ ਹੁੰਦੇ ਨੇ ਪੂਜਾ ਵਿੱਚ ਵਿਆਹ ਵਿੱਚ, ਉਹ ਵੀ ਤਾਂ ਮਾਸ ਦੇ ਹੀ ਬਣੇ ਹਨ। ਇਸਤਰੀ ਪੁਰਖ ਨਿਪਜੈ ਮਾਸੋ। ਇਸਤਰੀ ਅਤੇ ਪੁਰਖ ਸਾਰੇ ਮਾਸ ਤੋਂ ਹੀ ਬਣੇ ਹਨ। ਪਾਤਸ਼ਾਹ ਸੁਲਤਾਨਾ। ਹੋਰ ਜਿੰਨੇ ਪਾਤਸ਼ਾਹ ਚੱਕਰਵਰਤੀ ਰਾਜੇ ਹਨ, ਜੇ ਓਏ ਦੀਸ ਹੈ ਨਰਕ ਜਾਂਦੇ। ਉਹਨਾਂ ਬਾਰੇ ਤਾਂ ਤੁਸੀਂ ਕਹਿੰਦੇ ਹੋ ਕਿ ਗ੍ਰਸਤੀ ਹਨ ਜਾਂ ਪਰਿਵਾਰਾਂ ਚ ਰਹਿੰਦੇ ਨੇ, ਇਹ ਨਰਕਾਂ ਨੂੰ ਜਾਣਗੇ, ਜਾਂ ਇਹ ਫਲਾਣੀ ਵਸਤੂ ਦੀ ਵਰਤੋਂ ਕੀਤੀ ਨਰਕਾਂ ਨੂੰ ਜਾਣਗੇ, ਉਹ ਤੁਹਾਨੂੰ ਨਰਕ ਜਾਂਦੇ ਦਿਸਦੇ ਹਨ। ਤਾਂ ਉਨਕਾ ਦਾਨ ਨਾ ਲੈਣਾ। ਫਿਰ ਉਹ ਨਰਕਾਂ ਵਿੱਚ ਜਾਂਦਿਆਂ ਕੋਲੋਂ ਦਾਨ ਕਾਹਤੋਂ ਲੈਨੇ ਹੋ? ਤੁਹਾਨੂੰ ਇਹ ਤਾਂ ਦਿਸ ਗਿਆ ਕਿ ਇਹਨਾਂ ਦੇ ਕਰਮ ਮਾੜੇ ਨੇ, ਨਰਕਾਂ ਨੂੰ ਜਾਣਗੇ, ਤੇ ਫਿਰ ਤੁਸੀਂ ਦਾਨ ਲੈਣ ਵਾਲੇ ਸੁਰਗਾਂ ਨੂੰ ਕਿੱਦਾਂ ਚਲੇ ਜਾਵੋਗੇ? ਜਿੰਦਾ ਨਰਕ ਸੁਰਗ ਲੈਂਦੀ। ਇਹ ਸੁਣ ਕੇ ਅਗੋਂ ਨਾਨੂ ਪੰਡਤ ਕਹਿਣ ਲੱਗਾ ਮਹਾਰਾਜ ਸਤਿਗੁਰਾਂ ਨੂੰ ਕਿ ਤੁਸੀਂ ਸਾਨੂੰ ਕਿਹਾ ਇਹ ਨਰਕਾਂ ਨੂੰ ਜਾਵਾਂਗੇ, ਅਸੀਂ ਤਾਂ ਪੰਡਤ ਹਾਂ, ਸਾਡਾ ਤੇ ਕੰਮ ਹੈ ਦਾਨ ਦੇਣਾ ਦਾਨ ਲੈਣਾ, ਫਿਰ ਅਸੀਂ ਕਿਸ ਤਰ੍ਹਾਂ ਨਰਕਾਂ ਨੂੰ ਜਾਵਾਂਗੇ? ਨਰਕਾਂ ਨੂੰ ਉਹ ਜਾਣ ਜਿਨ੍ਹਾਂ ਨਾਲ ਸਾਡਾ ਕੁਝ ਲੈਣਾ ਦੇਣਾ ਨਹੀਂ। ਮਹਾਰਾਜ ਕਹਿੰਦੇ ਦੇਂਦਾ ਨਰਕ ਸੁਰਗ ਲੈਂਦੇ। ਦੇਖੋ, ਦੇਣ ਵਾਲਾ ਨਰਕਾਂ ਨੂੰ ਜਾਵੇ ਤੇ ਲੈਣ ਵਾਲਾ ਜਿਹੜਾ ਦਾਨ ਹੈ ਉਹ ਸੁਰਗਾਂ ਨੂੰ ਜਾਵੇ। ਦੇਖੋ ਇਹ ਤਿੰਘਾਣਾ। ਗੁਰਦੇਵ ਕਹਿੰਦੇ ਤਾਂ ਤਿੰਘਾਣਾ ਤੋਂ ਭਾਵ ਹੁੰਦਾ ਹੈ, ਇਹ ਤਾਂ ਧੱਕੇਸ਼ਾਹੀ ਵਾਲੀ ਗੱਲ ਹੈ ਨਾ, ਕਿ ਜਿਹੜਾ ਦਾਨ ਦੇਣ ਵਾਲਾ, ਉਹਨਾਂ ਨੂੰ ਤਾਂ ਕਹਿਤਾ ਕਿ ਇਹਦੇ ਕਰਮ ਮਾੜੇ ਨੇ, ਦੀ ਕਿਰਤ ਮਾੜੀ ਹੈ ਤੇ ਇਹ ਨਰਕਾਂ ਨੂੰ ਗਿਆ। ਸ਼ਾਸਤਰ ਵੀ ਕਹਿੰਦੇ ਨੇ ਕਿ ਮਾੜੇ ਕਰਮਾਂ ਨੂੰ, ਜਿਹੜਾ ਪਾਪ ਕਰਮ ਕੋਈ ਕਰੇਗਾ ਉਹ ਨਰਕਾਂ ਨੂੰ ਜਾ ਰਿਹਾ ਹੈ, ਤੇ ਤੁਸੀਂ ਉਹਨਾਂ ਕੋਲੋਂ ਦਾਨ ਲੈਨੇ ਹੋ ਤੇ ਤੁਸੀਂ ਕਿਸ ਤਰ੍ਹਾਂ ਸੁਰਗਾਂ ਨੂੰ ਜਾਵੋਗੇ? ਇਹਦੇ ਵਿੱਚ ਤਾਂ ਬਹੁਤ ਧੱਕੇਸ਼ਾਹੀ ਹੈ। ਆਪ ਨਾ ਬੂਝਾ ਲੋਕ ਬੁਝਾਏ। ਆਪ ਤਾਂ ਗੱਲ ਸਮਝਦੇ ਨਹੀਂ, ਤੇ ਪਰ ਦੂਜਿਆਂ ਨੂੰ ਵੇਦ ਪੜ੍ਹ ਕੇ, ਪੁਰਾਣ ਪੜ੍ਹ ਕੇ, ਸ਼ਾਸਤਰ ਪੜ੍ਹ ਕੇ ਸਮਝਾਉਂਦੇ ਹੋ। ਪੰਡੇ ਖਰਾ ਸਿਆਣਾ। ਐ ਪੰਡਤੋ ਤੁਸੀਂ ਬਹੁਤ ਖਰੇ ਸਿਆਣੇ ਹੋ। ਆਪ ਤਾਂ ਗੱਲ ਸਮਝਦੇ ਨਹੀਂ ਪਰਮਾਰਥ ਦੀ, ਜੀਵਨ ਦੀ, ਤੇ ਦੂਜਿਆਂ ਨੂੰ ਪੜ੍ਹ ਪੜ੍ਹ ਕੇ ਸੁਣਾਉਂਦੇ ਹੋ। ਪਾਂਡੇ ਤੂੰ ਜਾਣੈ ਹੀ ਨਾਹੀ। ਗੁਰਦੇਵ ਕਹਿੰਦੇ ਐ ਪੰਡਤ ਸੁਣ, ਤੂੰ ਜਾਣਦਾ ਹੀ ਨਹੀਂ ਹੈ ਕਿੱਥੋਂ ਮਾਸ ਉਪੰਨਾ। ਇਹ ਮਾਸ ਕਿੱਥੋਂ ਪੈਦਾ ਹੋ ਰਿਹਾ ਹੈ। ਹੋਏ ਹੋ ਅੰਨ ਕਮਾਦ ਕਪਾਹਾ। ਪਾਣੀ ਤੋਂ ਅੰਨ, ਕਮਾਦ ਅਤੇ ਕਪਾਹ ਪੈਦਾ ਹੁੰਦੀ ਹੈ। ਹੋਏ ਹੋ ਤ੍ਰਿਭਵਨ ਗੰਨਾ। ਤੇ ਤਿੰਨੇ ਭਵਨ ਜਿਹੜੇ ਹਨ ਇਹ ਸਾਰੇ ਪਾਣੀ ਤੋਂ ਹੀ ਪੈਦਾ ਹੋਏ ਨੇ। ਉਹ ਆਖੈ ਹੋਂ ਬਹੁ ਬਿਦ ਹੱਛਾ। ਤੇ ਪਾਣੀ ਨੂੰ ਕਹਿੰਦੇ ਹੋ ਕਿ ਉਹ ਬਹੁਤ ਤਰ੍ਹਾਂ ਚੰਗਾ ਹੈ, ਹੋਇਆ ਬਹੁਤ ਬੇਕਾਰਾ। ਪਰ ਪਾਣੀ ਵਿੱਚ ਵੀ ਬਹੁਤ ਵਿਕਾਰ ਹਨ, ਉਹਨਾਂ ਵਿੱਚ ਵੀ ਕਈ ਜੀਵ ਮਰ ਰਹੇ ਹਨ, ਕਈ ਜੀਵ ਰਹਿ ਰਹੇ ਹਨ। ਇਤੇ ਰਸ ਛੋੜ ਹੋਵੈ ਸੁਨਿਆਸੀ। ਪਰ ਉਪਰੋਕਤ ਜਿੰਨੇ ਰਸ ਦੱਸੇ ਹਨ ਕਿ ਹੱਕ ਪਰਾਇਆ ਖਾਣਾ, ਪਰਾਏ ਹੱਕ ਮਾਰਨੇ, ਬਿਭਚਾਰੀ ਹੋ ਕੇ ਤੇ ਪਰ ਇਸਤਰੀ ਗਮਨ ਕਰਨੀ, ਇਹ ਜਿਹੜੇ ਵਿਕਾਰ ਹਨ ਇਹਨਾਂ ਦਾ ਤਿਆਗ ਕਰੋ। ਇਹ ਵੀ ਤਾਂ ਮਾਸ ਹੀ ਕਹਾਉਂਦੇ ਹਨ। ਨਾਨਕ ਕਹੈ ਵਿਚਾਰਾ। ਗੁਰੂ ਜੀ ਕਹਿੰਦੇ ਇਹੋ ਹੀ ਵਿਚਾਰ ਅਸੀਂ ਤੁਹਾਡੇ ਤਾਈਂ ਦੱਸਦੇ ਹਾਂ। ਜਾਓ ਪਈ ਮਾਸ ਮਾਸ ਕਰ ਕੈ ਅਗਿਆਨੀ। ਅਗਿਆਨੀ ਲੋਕ ਜਿਹੜੇ ਹਨ ਉਹ ਮਾਸ ਮਾਸ ਕਹਿੰਦੇ ਹਨ। ਮੂਰਖ ਝਗੜੈ ਆਨ ਗੁਮਾਨੀ। ਹੰਕਾਰੀ ਲੋਕ ਜਿਨ੍ਹਾਂ ਨੂੰ ਗਿਆਨ ਨਹੀਂ ਉਹ ਇਸ ਵਿੱਚ ਝਗੜਾ ਖੜਾ ਕਰਦੇ ਹਨ। ਗਿਆਨ ਬੈਨ ਕੋ ਸਮਝੈ ਨਾਹੀ। ਪਰ ਗਿਆਨ ਦੀ ਗੱਲ ਨੂੰ ਸਮਝਦੇ ਨਹੀਂ ਹਨ। ਰਚੇ ਦੰਭ ਨਿਜ ਮਾਨ ਬਦਾਹੀ। ਪਖੰਡ ਵਿੱਚ ਫਸੇ ਹੋਣ ਕਰਕੇ ਆਪਣਾ ਮਾਣ ਹੰਕਾਰ ਵਧਾਉਂਦੇ ਹਨ। ਆਤਮ ਰੂਪ ਭੁਲਾਵਣ ਜੋਈ। ਜੋ ਆਤਮ ਰੂਪ ਹੈ ਉਹਨੂੰ ਭੁਲਾ ਦਿੱਤਾ ਹੈ। ਲਖੈ ਸਤ ਤਨ ਆਮਿਕ ਸੋਈ। ਤੇ ਜਿਹੜਾ ਮਾਸ ਦਾ ਬਣਿਆ ਹੋਇਆ ਸਰੀਰ ਹੈ ਨਾ ਉਹਨੂੰ ਸਤ ਜਾਣਦੇ ਨੇ। ਇਹ ਵੀ ਤਾਂ ਇੱਕ ਮਾਸ ਹੀ ਹੈ, ਤੇ ਜਿਹੜੀ ਆਤਮਾ ਹੈ ਉਹ ਮਾਸ ਤੋਂ ਰਹਿਤ ਹੈ, ਪਰ ਆਤਮਾ ਦੀ ਕੋਈ ਸੋਝੀ ਹੀ ਨਹੀਂ। ਲੋਕਾਂ ਨੂੰ ਦਿਖਾਵੇ ਮਾਤਰ ਨੱਕ ਫੜ ਕੇ ਲੰਘਦੇ ਹੋ ਕਿ ਅਸੀਂ ਵੈਸ਼ਨਵ ਹਾਂ, ਪਰ ਅਸਲ ਵਿੱਚ ਤਾਂ ਗੁਰਦੇਵ ਕਹਿੰਦੇ ਮਾਸ ਤੋਂ ਰਹਿਤ ਤਾਂ ਆਤਮਾ ਹੀ ਹੈ ਨਾ। ਆਤਮਾ ਦੀ ਕੋਈ ਸੋਝੀ ਨਹੀਂ, ਪ੍ਰਭੂ ਦਾ ਕੋਈ ਗਿਆਨ ਨਹੀਂ, ਤੇ ਜਿਹੜੇ ਸਰੀਰ ਨਾਲ ਤੁਸੀਂ ਮੋਹ ਪਾ ਕੇ ਬੈਠੇ ਹੋ ਇਹ ਵੀ ਮਾਸ ਹੈ। ਆਤਮ ਤੀਨੋ ਕਾਲ ਨਿਰਾਲਾ। ਜਿਹੜੀ ਆਤਮਾ ਹੈ ਇਹ ਤਿੰਨੇ ਸਮਿਆਂ ਦੇ ਵਿੱਚ ਨਿਰਾਲੀ ਹੈ। ਲਿਪੈ ਨ ਕਹਤੇ ਰਹਤੇ ਉਜਾਲਾ। ਤੇ ਕਿਸੇ ਤਰ੍ਹਾਂ ਵੀ ਇਹ ਲਿਪਾਇਮਾਨ ਨਹੀਂ ਹੁੰਦੀ ਤੇ ਪਵਿੱਤਰ ਰਹਿੰਦੀ ਹੈ। ਇਹ ਅਸਤ ਦਿਸੈ ਬਿਦ ਤਾਰੀ। ਜੋ ਦੇਹ ਦਿਸ ਰਹੀ ਹੈ ਇਹ ਅਸਤ ਨਾਸ਼ਵੰਤ ਹੈ। ਆਏ ਜੇ ਪਰਾ ਰਬਦ ਅਨੁਸਾਰੀ। ਜੋ ਪਰਲਬਦ ਅਨੁਸਾਰ ਸਾਨੂੰ ਮਿਲ ਰਿਹਾ ਹੈ। ਲਖ ਕੈ ਸ਼ਾਸਤਰ ਵਿਦ ਸਜਵੰਤਾ। ਤੇ ਧਾਰਮਿਕ ਗ੍ਰੰਥ ਕੀ ਸਾਨੂੰ ਕਹਿੰਦੇ ਹਨ? ਜੋ ਪਦਾਰਥ ਸਾਨੂੰ ਕਰਮਾਂ ਅਨੁਸਾਰ ਮਿਲ ਰਹੇ ਹਨ। ਵੈ ਨਿਰਸ਼ੰਕ ਬਣੈ ਸੋ ਭੁਗਤਾ। ਤੇ ਨਿਰਸ਼ੰਕ ਹੋ ਕਰਕੇ ਉਹਨਾਂ ਨੂੰ ਭੋਗ ਲੈਣਾ, ਭਾਵ ਛਕ ਲੈਣਾ ਚਾਹੀਦਾ ਹੈ। ਪਰ ਕਦੋਂ? ਇੱਕ ਤਾਂ ਗੁਰਦੇਵ ਕਹਿੰਦੇ ਹਨ ਕਿ ਪਰਲਬਦ ਅਨੁਸਾਰ
ਤੇ ਦੂਜੀ ਜਿਹੜੇ ਸਾਨੂੰ ਧਾਰਮਿਕ ਗ੍ਰੰਥ ਜਿਹਦੀ ਇਜਾਜ਼ਤ ਦੇਣ। ਇਹ ਦੋਵੇਂ ਗੱਲਾਂ ਇੱਥੇ ਗੁਰਦੇਵ ਨੇ ਦਰਸਾਈਆਂ ਨੇ ਕਿ ਇੱਕ ਤਾਂ ਸਾਨੂੰ ਮਿਲਿਆ ਤੇ ਆਪਾਂ ਇਹ ਕਹਿ ਦਿੱਤਾ ਸੁਣ ਕੇ ਜੀ ਪਰਾਲਬਧ ਅਨੁਸਾਰ ਮਿਲਿਆ, ਇਹ ਖਾਣ ਵਾਲੀ ਵਸਤੂ ਖਾ ਹੀ ਜਾਈਏ। ਪਰ ਗੁਰਦੇਵ ਕਹਿੰਦੇ ਦੂਜੀ ਗੱਲ ਇਹ ਵੀ ਵਿਚਾਰਨ ਵਾਲੀ ਹੈ, ਲੱਖ ਕੈ ਸ਼ਾਸਤਰ ਵਿਦ ਸੰਯੁਗਤਾ, ਕਿ ਧਾਰਮਿਕ ਗ੍ਰੰਥ ਜਿਹੜੇ ਨੇ ਸਾਨੂੰ ਧਰਮ ਇਸ ਚੀਜ਼ ਨੂੰ ਖਾਣ ਦੀ ਆਗਿਆ ਦਿੰਦਾ ਹੈ ਕਿ ਨਹੀਂ ਦਿੰਦਾ, ਇਹ ਸਾਨੂੰ ਵਿਚਾਰ ਕਰ ਲੈਣੀ ਚਾਹੀਦੀ ਹੈ। ਸੋ ਸਾਕ ਲਖੋ ਉਰ ਮਾਹੀ, ਉਹੀ ਸਾਗ ਆਪਣੇ ਮਨ 'ਚ ਜਾਣ ਲਓ। ਉਹ ਸਾਗ ਹੈ ਕਿ ਜਿਹੜਾ ਪਰਾਲਬਧ ਅਨੁਸਾਰ ਸਾਨੂੰ ਮਿਲ ਗਿਆ, ਜਿਹਦੇ ਵਿੱਚ ਕੋਈ ਪਾਪ ਕਰਮ ਨਹੀਂ ਕੀਤਾ, ਉਹਨੂੰ ਸਾਗ ਮੰਨਿਆ ਗਿਆ ਹੈ। ਪਰਾਲਬਧ ਅਨੁਸਾਰ ਸਾਡੀ ਕਰਮਾਂ ਅਨੁਸਾਰ ਜੋ ਸਾਨੂੰ ਕਮਾਈ ਕੀਤਿਆਂ, ਦਸਾਂ ਨੋਹਾਂ ਦੀ ਕਿਰਤ ਕਮਾਈ ਕੀਤਿਆਂ ਮਿਲਿਆ ਹੈ, ਉਹ ਸਾਗ ਕਹਾਉਂਦਾ ਹੈ। ਪਰਾਰਬਧ ਭੋਗਹਿ ਚਿਤ ਚਾਹੀ, ਫਿਰ ਪਰਾਲਬਧ ਅਨੁਸਾਰ ਉਹਨੂੰ ਭੋਗਣਾ ਚਾਹੀਦਾ ਹੈ। ਅਮਰ ਜੇ ਗਿਆਨੀ ਤਿਨ ਕੇ ਕਾਰਨ, ਜਿਹੜੇ ਗਿਆਨੀ ਹਨ ਉਹ ਇਸ ਦੇ ਕਾਰਨ। ਗੈਂਡੇ ਅਸ ਆਦਿਕ ਪਸ ਮਾਰਨ, ਜਿਹੜੇ ਦੇਵਤੇ ਹਨ ਉਹ ਜਗ ਆਦਿਕ ਕਰਦੇ ਨੇ, ਹਵਨ ਕਰਦੇ ਹਨ ਤੇ ਗੈਂਡੇ ਘੋੜੇ ਆਦਿਕ ਪਸ਼ੂ ਮਾਰਦੇ ਨੇ। ਸੋ ਆਤਮ ਕੋ ਲਖੈ ਅਕਰਤੂ, ਪਰ ਜਿਹੜੀ ਆਤਮਾ ਹੈ, ਆਤਮਾ ਵੱਖ ਹੈ ਅਤੇ ਨਾ ਭੋਗਣ ਵਾਲੀ ਹੈ। ਸਦਾ ਅਭੁਗਤਾ ਚਿਤ ਇਉ ਧਰਤੂ, ਆਤਮਾ ਨਾ ਭੋਗਣ ਵਾਲੀ ਹੈ, ਇਹ ਸਦਾ ਹੀ ਚਿੱਤ ਵਿੱਚ ਇਉਂ ਧਰਦੇ ਨੇ। ਭੋਗਣ ਧਰਮ ਪ੍ਰਾਨ ਕੋ ਜਾਨੋ, ਜੋ ਵੀ ਕੋਈ ਵਸਤੂ ਆਪਾਂ ਭੋਗਦੇ ਹਾਂ ਉਹ ਧਰਮ ਪ੍ਰਾਣਾ ਦਾ ਹੈ, ਜਾਣ ਲਓ। ਕਰਨੋ ਧਰਮ ਰਖੀਕ ਪਛਾਨੋ, ਤੇ ਬਾਕੀ ਜੋ ਦੇਖਣਾ ਉਹ ਇੰਦਰੀਆਂ ਦਾ ਧਰਮ ਹੈ। ਲਖਨੋ ਧਰਮ ਜੋ ਮਨ ਕੋ ਹੋਈ, ਤੇ ਜਾਣਨਾ ਇਹ ਧਰਮ ਮੰਨਦਾ ਹੈ। ਇਸ ਪ੍ਰਕਾਰ ਸਮਝਤ ਹੈ ਸੋਈ, ਇਸ ਤਰ੍ਹਾਂ ਗਿਆਨੀ ਸਮਝਦੇ ਹਨ। ਪਰਾਰਬਧ ਲਖ ਭੋਗੈ ਜੋ, ਪਰਾਲਬਧ ਅਨੁਸਾਰ ਜੋ ਪਦਾਰਥ ਭੋਗਦੇ ਹਨ ਪੁੰਨ ਪਾਪ ਮੈਂ ਲਿਪੈ ਨਾ ਉਹ ਸੋਊ, ਕਦੇ ਪੁੰਨਾਂ ਪਾਪਾਂ ਦੇ ਵਿੱਚ ਨਹੀਂ ਲਪਾਏਮਾਨ ਹੁੰਦੇ। ਹਰ ਜੇ ਹੈ ਮੂਰਖ ਅਗਿਆਨੀ, ਅਤੇ ਜਿਹੜੇ ਅਗਿਆਨੀ ਮੂਰਖ ਲੋਕ ਹਨ ਦੰਭ ਵੈਸ਼ਨੋ ਜਿਉ ਬਿਦ ਠਾਨੀ, ਪਖੰਡ ਕਰਕੇ ਇਹ ਦੱਸਦੇ ਹਨ ਕਿ ਅਸੀਂ ਵੈਸ਼ਨੋ ਹਾਂ। ਮਾਸ ਪਿਖੈ ਦਿਨ ਨਾਕ ਦਬਾਵੈ, ਮਾਸ ਦੇ ਕੇ ਦਿਨ ਦੇ ਸਮੇਂ ਆਪਣਾ ਨੱਕ ਦੱਬਦੇ ਨੇ, ਨੱਕ ਘੁੱਟਦੇ ਹਨ। ਨਿਸਪਰਤੀਏ ਸੋ ਕੇਲ ਕਮਾਵੈ, ਰਾਤ ਦੇ ਸਮੇਂ ਪਰ ਇਸਤਰੀਆਂ ਦੇ ਤਾਈਂ ਵਿਕਾਰ ਭੋਗਦੇ ਹਨ। ਲੋਚਨ ਸੁਮਤ ਹਿਰਦੈ ਜਸ ਨਾਹੀ, ਨੇਤਰ ਜਿਹੜੇ ਸ਼੍ਰੇਸ਼ਟ ਬੁੱਧੀ ਦੇ ਜਿਨ੍ਹਾਂ ਦੇ ਨਹੀਂ ਹਨ, ਵਿਸ਼ੈ ਬਾਸ਼ਨਾ ਅੰਧ ਕਮਾਹੀ, ਵਿਸ਼ੇ ਵਾਸ਼ਨਾ ਦੇ ਵਿੱਚ ਫਸੇ ਹੋਏ ਅਗਿਆਨੀਆਂ ਵਾਲੇ ਕਰਮ ਕਰਦੇ ਹਨ। ਵਹਿਰ ਮਾਸ ਕੋ ਜਾਣੈ ਮੰਦਾ, ਬਾਹਰਲੇ ਮਾਸ ਤੇ ਤਾਈਂ ਮੰਦਾ ਕਹਿੰਦੇ ਹਨ। ਸਭ ਕਰ ਭੋਗੈ ਹੋਇ ਦੁਖ ਦੁੰਦਾ, ਪਰ ਲੋਕ ਲੋਕ ਕੇ ਵਿਕਾਰ ਭੋਗਦੇ ਹਨ, ਇਹ ਦੁੱਖ ਰੂਪ ਹਨ। ਜਿਨ ਨਰ ਅਗਿਆਨੀ ਦੁਖ ਧਾਰਾ, ਜਿਨ੍ਹਾਂ ਅਗਿਆਨੀਆਂ ਨੇ ਆਪ ਹੀ ਦੁੱਖ ਜਿਹੜੇ ਹਨ ਉਹ ਸਹੇੜੇ ਨੇ। ਪਾਪ ਸਹਿਤ ਸੇ ਕਰੇ ਆਹਾਰਾ, ਪਾਪ ਦੇ ਸਹਿਤ ਜਿਹੜੇ ਭੋਜਨ ਕਰਦੇ ਹਨ। ਜੇ ਗਿਆਨੀ ਤਨ ਹੰਤ ਨਸਾਇਕ, ਪਰ ਜਿਹੜੇ ਗਿਆਨੀ ਹਨ ਉਹ ਤਨ ਦੀ ਹੰਤਾ ਨੂੰ, ਹੰਕਾਰ ਨੂੰ ਦੂਰ ਕਰਦੇ ਹਨ। ਕਾਏ ਆਹਾਰ ਜੋ ਸਹਿਜ ਸੁਭਾਇਕ, ਦਸਾਂ ਨੋਹਾਂ ਦੀ ਕਿਰਤ ਕਰਦੇ ਹਨ, ਸਹਿਜ ਸੁਭਾਅ ਜੋ ਉਹਨਾਂ ਦੇ ਹੱਥ ਭੋਜਨ ਆਉਂਦਾ ਹੈ। ਪਰਾਰਬਧ ਲਖ ਪਾਵਤ ਸੋਊ, ਆਪਣੀ ਪਰਾਲਬਧ ਅਨੁਸਾਰ ਉਹਨੂੰ ਪ੍ਰਾਪਤ ਕਰਦੇ ਨੇ। ਤਾ ਕੋ ਪਾਪ ਨ ਪੁੰਨੈ ਕੋ, ਉਹਨਾਂ ਨੂੰ ਪਾਪ ਪੁੰਨ ਨਹੀਂ ਲੱਗਦਾ। ਲਿਖਿਓ ਪੁਰਾਨ ਕਤੇਬ ਨ ਮਾਸਾ, ਹੁਣ ਪੁਰਾਣਾਂ ਵਿੱਚ ਕਿਤਾਬਾਂ ਵਿੱਚ ਲਿਖਿਆ ਹੈ ਕਿ ਬਲੀ ਜਿਹੜੀ ਦਿੱਤੀ ਜਾਂਦੀ ਹੈ ਜੀਵਾਂ ਦੀ ਜਦ ਜਗ ਹੋਮ ਕਰਦੇ ਹੋ, ਮਾਸ ਸੰਗ ਪੂਜਾ ਸੁਰ ਰਾਸਾ, ਫਿਰ ਮਾਸ ਦੇ ਨਾਲ ਦੇਵਤਿਆਂ ਦੀ ਪੂਜਾ ਕਰਦੇ ਹੋ। ਕਾਜ ਵਿਵਾਹਕ ਦਾਇਕ ਜੇ ਸਭ ਹੀ, ਜਿਹੜੇ ਵਿਆਹ ਆਦਿਕ ਹੋਰ ਕਾਰਜ ਕਰਦੇ ਹੋ, ਨ ਬਿਨਾ ਮਾਸ ਤੇ ਸੁਬੈਨ ਕਬਹੀ, ਕਹਿੰਦੇ ਹੋ ਕਿ ਬਿਨਾਂ ਮਾਸ ਤੋਂ ਬਲੀ ਦਿੱਤਿਆਂ ਤੋਂ ਸ਼ੋਭਦੇ ਨਹੀਂ ਹਨ। ਬਾਦਸ਼ਾਹ ਨਿਰਭ ਆਮਿਕ ਖਾਵਤ, ਜਿਹੜੇ ਬਾਦਸ਼ਾਹ ਹਨ, ਰਾਜੇ ਹਨ, ਜਿਹੜੇ ਮਾਸ ਨੂੰ ਖਾਣ ਵਾਲੇ ਨੇ, ਜੇ ਤੁਮ ਲਖੋ ਨਰਕ ਸੋ ਜਾਵਤ, ਉਹਨਾਂ ਨੂੰ ਕਹਿੰਦੇ ਹੋ ਕਿ ਬਾਦਸ਼ਾਹ ਰਾਜੇ ਲੋਕ ਨਰਕਾਂ ਨੂੰ ਜਾਣਗੇ। ਤੋ ਤੁਮ ਕਿਉ ਲੇਤ ਨਾ ਧਾਨਾ, ਫਿਰ ਇਹ ਦੱਸੋ ਕਿ ਉਹਨਾਂ ਬਾਦਸ਼ਾਹ ਕੋਲੋਂ ਤੁਸੀਂ ਧਨ ਦਾਨ ਕਿਉਂ ਲੈਨੇ ਹੋ? ਉਹ ਤਾਂ ਤੁਹਾਨੂੰ ਨਰਕ ਜਾਂਦੇ ਦਿਸੇ ਹਨ। ਕਰੋ ਆਹਾਰ ਧਾਰ ਅਗਿਆਨਾ, ਅਗਿਆਨਤਾ ਵਸ ਹੋ ਕਰਕੇ ਉਹਨਾਂ ਦੇ ਹੱਥੋਂ ਦਾਨ ਲੈ ਕੇ ਤੁਸੀਂ ਵੀ ਆਹਾਰ ਕਰਦੇ ਹੋ। ਪੂਰਬ ਗਹਿ ਤੁਮ ਨਰਕਹਿ ਪਾਵੈ, ਪਹਿਲਾਂ ਤਾਂ ਤੁਹਾਨੂੰ ਫੜ ਕੇ ਨਰਕਾਂ ਵਿੱਚ ਸੁੱਟਿਆ ਜਾਵੇਗਾ, ਹੁਣ ਪਾਸ਼ੇ ਤੇ ਹੋਏ ਸੁਧਾਵੈ, ਫਿਰ ਬਾਅਦ ਵਿੱਚ ਉਹ ਸੁੱਟੇ ਜਾਣਗੇ ਜਿਨ੍ਹਾਂ ਨੇ ਪਾਪ ਕਰਮ ਕੀਤੇ ਨੇ। ਉਹ ਕਿਉਂ? ਕਿਉਂਕਿ ਤੁਸੀਂ ਤਾਂ ਗਿਆਨੀ ਸੀ ਨਾ, ਤੁਹਾਨੂੰ ਤਾਂ ਪਤਾ ਸੀ ਕਿਹੜਾ ਪਾਪ ਹੈ ਕਿਹੜਾ ਸਾਗ ਹੈ, ਪਰ ਤੁਸੀਂ ਤਾਂ ਕਦੇ ਵਿਚਾਰ ਨਹੀਂ ਕੀਤੀ, ਦੂਜਿਆਂ ਨੂੰ ਪੜ੍ਹ ਪੜ੍ਹ ਕੇ ਸੁਣਾਇਆ
ਇਸ ਕਰਕੇ ਉਹ ਲੋਕ ਜਿਹੜੇ ਪਹਿਲਾਂ ਫਸੇ ਹੋਏ ਨੇ ਪਾਪਾਂ ਵਿੱਚ, ਉਹ ਬਾਅਦ ਵਿੱਚ ਨਰਕਾਂ 'ਚ ਸੁੱਟੇ ਜਾਣਗੇ। ਤੁਸੀਂ ਉਹਨਾਂ ਕੋਲੋਂ ਦਾਨ ਲੈ ਕੇ ਕਹਿੰਦੇ ਹੋ ਕਿ ਸਾਡਾ ਤੇ ਕੰਮ ਹੀ ਦਾਨ ਲੈਣਾ ਹੈ, ਪਹਿਲਾਂ ਤੁਹਾਨੂੰ ਨਰਕਾਂ ਦੇ ਵਿੱਚ ਸੁੱਟਿਆ ਜਾਵੇਗਾ। ਆਪ ਨ ਬੂਝਾ ਲੋਕ ਬੁਝਾਵੋ, ਆਪ ਤਾਂ ਜਾਣਦੇ ਨੇ, ਦੂਜਿਆਂ ਨੂੰ ਸਮਝਾਉਂਦੇ ਹੋ। ਭਾਂਡੇ ਖਰੇ ਸਿਆਣ ਕਹਾਵੋ, ਐ ਪੰਡਤੋ ਆਪਣੇ ਆਪ ਵਿੱਚ ਬੜੇ ਸਿਆਣੇ ਕਹਾਉਂਦੇ ਹੋ। ਮਾਸਾ ਦਾਇਕ ਸੇ ਜੇਤਰ ਭਾਵਨ ਜੋ, ਮਾਸ ਤੋਂ ਹੀ ਤਿੰਨੇ ਪਵਨ ਹੋਏ ਹਨ। ਸਭ ਹੀ ਜਲ ਤੇ ਉਤਪਤ ਹੋ, ਸਾਰਾ ਕੁਝ ਜਲ ਤੋਂ ਹੀ ਪੈਦਾ ਹੋਇਆ ਹੈ। ਜੇ ਤਿਆਗੇ ਜਲ ਕੇ ਰਸ ਰਾਸੀ, ਜਿੰਨੇ ਪਾਣੀ ਤੋਂ ਬਣੇ ਰਸ ਹਨ ਪਹਿਲਾਂ ਉਹ ਤਿਆਗ ਕਰੋ। ਸੋ ਪੰਡਿਤ ਹੋਆ ਹੈ ਸੁਨਿਆਸੀ, ਫਿਰ ਆਪਣੇ ਆਪ ਨੂੰ ਸਿਆਸੀ ਪੰਡਤ ਸੰਨਿਆਸੀ ਪੰਡਤ ਖਵਾਵੋ। ਦੰਭ ਧਾਰ ਤੁਮ ਜਗ ਬਿਰ ਮਾਇਆ, ਪਖੰਡ ਕਰਦੇ ਹੋ ਲੋਕਾਂ ਨੂੰ ਭਰਮਾਉਣ ਦੇ ਲਈ। ਆਗੈ ਪਾਵੋ ਬਹੁਤ ਸਜਾਇਆ, ਅੱਗੇ ਜਾ ਕੇ ਪਰਲੋਕ 'ਚ ਬਹੁਤੀਆਂ ਸਜ਼ਾਵਾਂ ਪਾਵੋਗੇ। ਕਿਉ ਜਬ ਭਾਖਿਓ ਸ੍ਰੀ ਗੁਣਿਆਨਾ, ਗੁਣਾਂ ਦੇ ਘਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਦੋਂ ਇਹ ਉਪਦੇਸ਼ ਸੁਣਾਇਆ, ਤੂਸ਼ਨ ਭੇ ਸਭੇ ਆਏ ਨ ਬੈਨਾ, ਸਤਿਗੁਰਾਂ ਦਾ ਇਹ ਬਚਨ ਉਪਦੇਸ਼ ਸੁਣ ਕੇ ਸਾਰੇ ਚੁੱਪ ਕਰ ਗਏ, ਕੋਈ ਵੀ ਉੱਤਰ ਨਾ ਆਇਆ। ਝੂਠ ਜੇ ਠਹਿਰੇ ਸਾਚ ਅਗਾਰੀ, ਹੁਣ ਝੂਠ ਸੱਚ ਅੱਗੇ ਕਿਸ ਤਰ੍ਹਾਂ ਠਹਿਰ ਸਕਦਾ ਸੀ? ਜਿਉ ਕਾਇਰ ਪਿਕ ਸੂਰ ਉਦਾਰੀ, ਕਹਿੰਦੇ ਜਿਸ ਤਰ੍ਹਾਂ ਕਾਇਰ ਨੂੰ ਵੇਖ ਕਰਕੇ ਨਾ ਸੂਰਮਾ ਜਿਹੜਾ ਉਹ ਬੜਾ ਪਰਉਪਕਾਰੀ ਹੋ ਜਾਂਦਾ ਹੈ ਜੇ ਸ਼ਰਨ ਆ ਜਾਵੇ। ਨਾਨੂ ਦੁਆ ਕਰ ਬੰਦੇ ਉਚਾਰਾ, ਨਾਨੂ ਪੰਡਤ ਨੇ ਦੋਵੇਂ ਹੱਥ ਜੋੜ ਲਏ ਤੇ ਬੇਨਤੀ ਕਰਨ ਲੱਗਾ, ਹੇ ਫਕੀਰ ਕਿਆ ਨਾਮ ਤੁਮਾਰਾ। ਜਦੋਂ ਉਪਦੇਸ਼ ਸੁਣਿਆ ਨਾ ਇਹ ਜਾਣ ਗਿਆ ਕਿ ਇਹ ਤਾਂ ਮੇਰੇ ਤੋਂ ਵੀ ਵੱਡੇ ਵਿਦਵਾਨ ਹਨ। ਮੈਂ ਤਾਂ ਬੜੇ ਪੰਡਤ ਜਿੱਤੇ ਨੇ, 10 ਦਿਸ਼ਾਵਾਂ ਜਿੱਤੀਆਂ ਨੇ, ਪਰ ਇਹ ਤਾਂ ਮੇਰੇ ਵੀ ਪਿਤਾ ਹਨ, ਬਾਪ ਹਨ। ਹੱਥ ਜੋੜ ਕੇ ਕਹਿਣ ਲੱਗਾ, ਹੈ ਫਕੀਰ ਜੀ ਦੱਸੋ ਤੁਹਾਡਾ ਨਾਮ ਕੀ ਹੈ? ਕਹੈ ਗੁਰੂ ਹਮ ਨਾਨਕ ਨਾਮੂ, ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਸਾਡਾ ਨਾਮ ਨਾਨਕ ਹੈ। ਸੇਵਕ ਨਿਰੰਕਾਰ ਸੁਖ ਧਾਮੂ, ਅਸੀਂ ਸੁੱਖਾਂ ਦੇ ਘਰ ਪ੍ਰਭੂ ਦੇ ਸੇਵਕ ਹਾਂ। ਸੁਨ ਕਰ ਨਾਨੂ ਸ੍ਰੋਣ ਮਝਾਰਾ, ਜਦੋਂ ਕੰਨਾਂ ਵਿੱਚ ਸਤਿਗੁਰਾਂ ਦਾ ਨਾਮ ਸੁਣਿਆ ਕਿ ਨਾਨਕ ਨਾਮ ਇਹਨਾਂ ਦਾ ਹੈ, ਨਿਜ ਸੰਗਿਨ ਕੋ ਬਚਨੇ ਉਚਾਰਾ, ਜਿਹੜੇ ਦੇ ਸੰਗੀ ਪੰਡਤ ਸਨ ਉਹਨਾਂ ਦੇ ਤਾਈ ਇਹ ਕਹਿਣ ਲੱਗਾ, ਲਿਖਿਓ ਭਵਿਖਤ ਮਹਿ ਇਤਿਹਾਸੂ, ਕਹਿਣ ਲੱਗਾ ਭਵਿਖਤ ਪੁਰਾਣ ਵਿੱਚ ਜੋ ਮੈਂ ਪੜ੍ਹਿਆ ਸੀ ਸ੍ਰੀ ਨਾਨਕ ਅਵਤਾਰ ਪ੍ਰਕਾਸ਼ੂ, ਕਿ ਉਹ ਪ੍ਰਭੂ ਨਾਨਕ ਨਾਮ ਲੈ ਕੇ ਸੰਸਾਰ ਦੇ ਵਿੱਚ ਉਹ ਆਉਣਗੇ, ਅਵਤਾਰ ਹੋਣਗੇ। ਜਾਂ ਤੇ ਮੈਂ ਨਿਜ ਨਾਮ ਧਰਾਵਾ, ਇਸ ਕਰਕੇ ਮੈਂ ਆਪਣਾ ਨਾਮ ਨਾਨਕ ਧਰਾਇਆ ਸੀ। ਵਿਦਿਆ ਬਲ ਜੀਤੀ ਸਭ ਥਾਵਾ, ਵਿਦਿਆ ਦੇ ਬਲ ਦੇ ਨਾਲ ਸਾਰੀਆਂ ਦਿਸ਼ਾਵਾਂ ਨੂੰ ਮੈਂ ਜਿੱਤਿਆ ਹੈ। ਸੋ ਮੈਂ ਨਹਿ ਅਬ ਇਹ ਪ੍ਰਗਟਾਏ, ਕਹਿੰਦਾ ਉਹ ਨਾਨਕ ਮੈਂ ਨਹੀਂ, ਉਹ ਨਾਨਕ ਇਹ ਪ੍ਰਗਟੇ ਹਨ ਜਗਤ ਉਦਾਹਰਨ ਕੇ ਹਿਤ ਆਏ, ਜੋ ਸੰਸਾਰ ਦੇ ਉਦਾਰ ਵਾਸਤੇ ਆਏ ਹਨ। ਜਿਨ ਕੇ ਬਚਨ ਅਤੋਲ ਅਡੋਲਾ, ਜਿਨ੍ਹਾਂ ਦੇ ਬਚਨ ਬਹੁਤ ਕੀਮਤੀ ਹਨ, ਅਡੋਲ ਹਨ। ਕੌਣ ਸਕੈ ਇਨ ਸਨਮੁਖ ਬੋਲਾ, ਕੌਣ ਹੈ ਜਿਹੜਾ ਇਹਨਾਂ ਦੇ ਸਨਮੁਖ ਹੋ ਕੇ ਸਾਹਮਣੇ ਹੋ ਕੇ ਕੁਝ ਬੋਲ ਸਕਦਾ ਹੈ? ਜੋ ਸੁਨ ਹੈ ਇਨ ਕੋ ਉਪਦੇਸ਼ਾ, ਜੋ ਇਹਨਾਂ ਦਾ ਉਪਦੇਸ਼ ਸੁਣੇਗਾ ਉਦਰੈ ਸੇ ਤਜ ਜਗਤ ਕਲੇਸ਼ਾ, ਸੰਸਾਰ ਤੋਂ ਤਰ ਜਾਵੇਗਾ, ਜਗਤ ਦੇ ਕਲੇਸ਼ ਮੁੱਕ ਜਾਣਗੇ। ਅਸ ਕੈ ਸਬਨ ਬੰਦਨਾ ਕੀਨੀ, ਇਸ ਤਰ੍ਹਾਂ ਜਦੋਂ ਸੁਣਿਆ ਨਾ ਕਿ ਇਹ ਨਾਨਕ ਅਵਤਾਰ ਪ੍ਰਗਟ ਹੋਏ ਨੇ, ਤੇ ਨਾਨੂ ਪੰਡਤ ਜੀ ਦੀ ਗੱਲ ਸੁਣ ਕੇ ਸਾਰੇ ਪੰਡਤਾਂ ਨੇ ਹੱਥ ਜੋੜ ਲਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸਾਰਿਆਂ ਨੇ ਸਿਰ ਝੁਕਾ ਦਿੱਤਾ। ਚਰਨ ਪ੍ਰੇਮ ਮੈਂ ਮਤ ਜਿਨ ਭੀਨੀ, ਪ੍ਰੇਮ ਦੇ ਵਿੱਚ ਜਿਨ੍ਹਾਂ ਦੀ ਮਤ ਭਿੱਜ ਗਈ ਹੈ, ਬਿਨਾ ਕਰੇ ਬਹੁ ਭਾਂਤ ਸੁਹਾਵਣਾ, ਸਤਿਗੁਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਆਪਣੀ ਖਤਾ ਖੇਰ ਬਖਸ਼ਾਵਣਾ, ਜੋ ਇਹਨਾਂ ਨੇ ਭੁੱਲਾਂ ਕੀਤੀਆਂ ਸੀ ਉਹ ਬਖਸ਼ਾਉਣ ਲੱਗੇ। ਕਹਿਣ ਲੱਗੇ, ਮਹਾਰਾਜ ਸਾਡੇ ਤੋਂ ਭੁੱਲਾਂ ਸਾਡੀਆਂ ਸਾਨੂੰ ਬਖਸ਼ ਦਓ। ਹੇ ਪ੍ਰਭ ਹਮਨੈ ਗਤ ਨਹਿ ਜਾਨੀ, ਐ ਪ੍ਰਭੂ ਅਸੀਂ ਤੁਹਾਡੀ ਅਵਸਥਾ ਨੂੰ ਨਹੀਂ ਜਾਣ ਸਕੇ। ਤੂੰ ਅਵਤਰਿਓ ਸੰਤ ਗੁਣ ਖਾਨੀ, ਤੁਸੀਂ ਤਾਂ ਗੁਣਾਂ ਦੀ ਖਾਨ ਸੰਤ ਪ੍ਰਗਟ ਹੋਏ ਹੋ। ਜੋ ਜਗ ਬੜੇ ਅਚਾਰਜ ਹੋਵੈ, ਜਿਹੜੇ ਜਗਤ ਦੇ ਵਿੱਚ ਵੱਡੇ ਗਿਆਨੀ ਹਨ, ਸੋ ਪੂਰਬਲੇ ਰੇਤ ਨ ਖੋਵੈ, ਪਰ ਉਹ ਪੂਰਬਲੀ ਰੀਤੀ ਜਿਹੜੀ ਹੈ ਉਹਨੂੰ ਖਤਮ ਨਹੀਂ ਕਰਦੇ। ਤੇ ਮਹਾਰਾਜ ਸਾਡੇ ਮਨ ਵਿੱਚ ਇਹ ਸ਼ੰਕਾ ਇੱਕ ਆ ਗਿਆ ਕਿ ਆਪ ਜੀ ਤਾਂ ਉਹ ਪ੍ਰਭੂ ਦਾ ਅਵਤਾਰ ਪ੍ਰਗਟ ਹੋਏ ਹੋ, ਪਰ ਜਿਹੜੇ ਸੰਤ ਜਨ ਹੁੰਦੇ ਨੇ, ਗਿਆਨੀ ਹੁੰਦੇ ਨੇ, ਉਹ ਪੂਰਬਲੀ ਰੀਤੀ ਨੂੰ ਕਿਸੇ ਤਰ੍ਹਾਂ ਨਹੀਂ ਖਤਮ ਕਰਦੇ। ਪੁਰਬ ਦਿਵਸ ਮੈਂ ਮਾਸ ਆਹਾਰਾ, ਹੁਣ ਇਹ ਦੱਸੋ ਕਿ ਅੱਜ ਪੁਰਬ ਵਾਲਾ ਦਿਨ ਸੀ, ਸੂਰਜ ਗ੍ਰਹਿਣ ਵਾਲਾ ਦਿਨ ਹੈ, ਬਹੁਤ ਭਾਰੀ ਇੱਥੇ ਮੇਲਾ ਲੱਗਾ ਹੈ। ਅੱਜ ਦੇ ਦਿਨ ਜਿਹੜਾ ਇਹ ਮਾਸ ਦਾ ਆਹਾਰ ਤਿਆਰ ਹੋ ਰਿਹਾ ਹੈ, ਖਾਨ ਪੁਰਾਣ ਨ ਕਿਸੈ ਉਚਾਰਾ, ਪਰ ਪੁਰਾਣਾਂ ਵਿੱਚ ਸ਼ਾਸਤਰਾਂ ਵਿੱਚ ਕਿਤੇ ਵੀ ਨਹੀਂ ਲਿਖਿਆ
ਕਿ ਆਪਾਂ ਪੁਰਬ ਵਾਲੇ ਦਿਨ ਇਹ ਮਾਸ ਦੀ ਵਰਤੋਂ ਕਰ ਲਈਏ। ਜਾਂ ਤੇ ਹਮ ਤੁਮ ਸੋ ਕਛ ਭਾਖਾ। ਪਰ ਸਾਡੇ ਮਨ ਵਿੱਚ ਇਹ ਸਵਾਲ ਹੈ, ਤੁਹਾਡੇ ਤਾਈਂ ਪੁੱਛਦੇ ਹਾਂ। ਖਿਮਾ ਕਰੋ ਅਬ ਹਮ ਨ ਲਾਖਾ। ਮਹਾਰਾਜ ਇਸ ਕਰਕੇ ਅਸੀਂ ਤੁਹਾਨੂੰ ਇੰਨੀਆਂ ਗੱਲਾਂ ਕੀਤੀਆਂ ਨੇ, ਪਰ ਸਾਡੀ ਇਹ ਭੁੱਲਾਂ ਸਾਰੀਆਂ ਬਖਸ਼ ਦਿਓ ਜੇ। ਸੁਣ ਕਰ ਬੋਲੇ ਗੁਣੀ ਗਹੀਰਾ। ਗੁਣਾਂ ਦੇ ਸਾਗਰ ਸਮੁੰਦਰ ਸੁਣ ਕੇ ਇਹਨਾਂ ਦੀ ਗੱਲ ਕਹਿਣ ਲੱਗੇ। ਹਮ ਤੋ ਧਰੇ ਦੇਖ ਮਹਿ ਖੀਰਾ। ਗੁਰਦੇਵ ਕਹਿੰਦੇ ਕਿ ਜਾ ਕੇ ਦੇਖੋ ਤਾਂ ਸਹੀ ਦੇਗ ਦੇ ਵਿੱਚ, ਅਸੀਂ ਤਾਂ ਦੇਗ ਦੇ ਵਿੱਚ ਖੀਰ ਧਰੀ ਹੈ। ਹੁਣ ਇਹੋ ਪ੍ਰਸੰਗ ਜਿਹੜਾ ਉਹ ਪੰਥ ਪ੍ਰਕਾਸ਼ ਦੇ ਗਿਆਨੀ ਗਿਆਨ ਸਿੰਘ ਵੀ ਲਿਖਦੇ ਨੇ, ਤਵਾਰੀ ਖਾਲਸਾ। ਇਸ ਉਹ ਪ੍ਰਸੰਗ ਪੁਰਾਤਨ ਜਨਮ ਸਾਖੀ ਦੇ ਵਿੱਚ ਆਇਆ ਹੈ ਕਿ ਕੁਰਕਸ਼ੇਤਰ ਦੀ ਧਰਤੀ ਤੇ ਖੀਰ ਰਿੰਨ ਕੇ ਤੇ ਇਹਦਾ ਹੀ ਬ੍ਰਹਮ ਭੋਜਨ ਜਿਹੜਾ ਇਹਨਾਂ ਦੇ ਤਾਈਂ ਕਰਾਇਆ ਗਿਆ। ਤੇ ਜੇ ਕਿਤੇ ਕਿਸੇ ਤਰ੍ਹਾਂ ਮਾਸ ਦੀ ਗੱਲ ਹੁੰਦੀ, ਮਾਸ ਰਿੰਨ ਕੇ ਖਵਾਉਣ ਦੀ ਗੱਲ ਹੁੰਦੀ ਜਾਂ ਮਨਾਈ ਨਾ ਕੀਤੀ ਹੁੰਦੀ, ਫਿਰ ਇਹ ਵਰਤ ਜਾਣੀ ਚਾਹੀਦੀ ਸੀ ਵਸਤੂ। ਪਰ ਹੁਣ ਜੇ ਕਹੀਏ ਕਿ ਪਹਿਲਾਂ ਮਾਸ ਨੂੰ ਰਿੰਨਿਆ, ਇਹ ਤਾਂ ਹੁਣ ਗੁਰੂ ਸਾਹਿਬ ਦੇ ਕੌਤਕ ਹਨ। ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਹਿਆ ਸਾਕਾਰ ਕਮਾਵੋ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੌਤਕ ਰਚਿਆ ਇਹਨਾਂ ਨੂੰ ਇੱਥੇ ਲਿਆਉਣ ਵਾਸਤੇ, ਇਹਨਾਂ ਨੂੰ ਸੋਝੀ ਦੇਣ ਵਾਸਤੇ। ਜਦੋਂ ਸਤਿਗੁਰੂ ਮਾਛੀਵਾੜੇ ਦੇ ਜੰਗਲਾਂ ਚ ਉੱਚ ਦਾ ਪੀਰ ਬਣ ਕੇ ਨਿਕਲਦੇ ਤੇ ਉੱਥੇ 3 ਸਤਿਗੁਰਾਂ ਦੇ ਜਿਹੜੇ ਪਿਆਰੇ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ ਜੀ, ਭਾਈ ਦਇਆ ਸਿੰਘ ਤੇ ਗਨੀ ਖਾਂ, ਨਬੀ ਖਾਂ, ਇਹ 5 ਜਣੇ ਸਨ। ਭਾਈ ਮਾਨ ਸਿੰਘ ਚੌਰ ਕਰ ਰਹੇ ਨੇ, ਚੌਹਾਂ ਨੇ ਮਹਾਰਾਜ ਦੀ ਪਾਲਕੀ ਚੁੱਕੀ ਹੈ। ਰਸਤੇ ਵਿੱਚ ਪੈਰਾ ਲੱਗਾ, ਪੁੱਛਦੇ ਹਨ ਕਿ ਪਾਲਕੀ ਕਿੱਧਰ ਜਾ ਰਹੀ ਤੇ ਕੌਣ ਨੇ। ਤੇ ਦੱਸਣ ਵਾਲੇ ਅੱਗੇ ਗਨੀ ਖਾਂ, ਨਬੀ ਖਾਂ ਸਾਨੂੰ ਕਹਿੰਦੇ ਉੱਚ ਦੇ ਪੀਰ ਹਨ। ਉਹ ਕਹਿੰਦੇ ਜੇ ਉੱਚ ਦੇ ਪੀਰ ਹਨ ਤੇ ਫਿਰ ਇੱਥੇ ਇਹਨਾਂ ਨੂੰ ਪਹਿਲਾਂ ਮਾਸ ਜਿਹੜਾ ਇਹਦਾ ਭੋਜਨ ਕਰਾਵੋ। ਸਾਰਿਆਂ ਨੂੰ ਪਾ ਕੇ ਦਿੱਤਾ। ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਪੁੱਛਦੇ ਨੇ ਮਹਾਰਾਜ ਕੀ ਹੁਕਮ ਹੈ। ਸਤਿਗੁਰੂ ਕਹਿਣ ਲੱਗੇ ਕਿਰਪਾਨ ਭੇਟ ਕਰੋ ਤੇ ਭੇਟ ਕਰਕੇ ਵਰਤ ਲਓ। ਜਦੋਂ ਕਿਰਪਾਨ ਭੇਟਾ ਕੀਤੀ ਜਾਂਦੀ ਹੈ ਤੇ ਇਤਿਹਾਸ ਵਿੱਚ ਆਪਾਂ ਪੜ੍ਹਿਆ ਕਿ ਉਹ ਕੜਾ ਪ੍ਰਸ਼ਾਦੀ ਦੇਗ ਦੇ ਵਿੱਚ ਉਹ ਬਦਲ ਜਾਂਦੀ ਹੈ। ਉੱਥੇ ਅਸਥਾਨ ਵੀ ਕਿਰਪਾਨ ਭੇਟ ਸਾਹਿਬ। ਜਦੋਂ ਗੁਰੂ ਕਲਗੀਧਰ ਸਾਹਿਬ ਮਹਾਰਾਜ ਦਾ ਉੱਚ ਦੇ ਪੀਰ ਦਾ ਉਹ ਰੱਖ ਲੈਂਦੇ ਨੇ ਹਿੱਸਾ, ਮਹਾਰਾਜ ਮੰਗਦੇ ਹਨ ਆਪ ਕੇ ਅੱਗੇ ਜਾ ਕੇ ਸਾਡਾ ਹਿੱਸਾ ਲਿਆਓ। ਜਦੋਂ ਹਿੱਸਾ ਬਾਹਰ ਕੱਢਿਆ ਜਾਂਦਾ ਹੈ ਤੇ ਉਹ ਕੜਾ ਪ੍ਰਸ਼ਾਦ ਦੀ ਦੇਗ ਸੀ। ਤੇ ਜੇ ਮਾਸ ਦੀ ਵਰਤੋਂ ਕਰਨੀ ਹੁੰਦੀ ਤੇ ਫਿਰ ਕੜਾ ਪ੍ਰਸ਼ਾਦ ਦੀ ਦੇਗ ਨਾ ਬਣਦੀ, ਮਾਸ ਦੀ ਹੀ ਵਰਤੋਂ ਕਰਾ ਦਿੰਦੇ। ਜੇ ਇੱਥੇ ਕਰਨੀ ਹੁੰਦੀ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੌਤਕ ਰਚਿਆ, ਰਾਜੇ ਦੇ ਪੁੱਤਰ ਨੂੰ ਕਿਹਾ ਜਗਤ ਰਾਏ ਨੂੰ ਕਿ ਬਰਤਨ ਵਿੱਚ ਪਾ ਕਰਕੇ ਹਿਰਨ ਨੂੰ ਰਿੰਨੋ ਮਾਸ ਨੂੰ। ਪਰ ਬਾਅਦ ਵਿੱਚ ਜਦੋਂ ਛਕਣ ਦੀ ਗੱਲ ਆਈ ਹੈ ਤੇ ਗੁਰਦੇਵ ਕਹਿਣ ਲੱਗੇ, ਜਦੋਂ ਪੁੱਛਦੇ ਨੇ ਕਿ ਅੱਜ ਪੁਰਬ ਵਾਲੇ ਦਿਨ ਤੁਸੀਂ ਉਲਟ ਰੀਤੀ ਕੀਤੀ ਹੈ ਤੇ ਉੱਤਰ ਮਹਾਰਾਜ ਨੇ ਇਹੋ ਹੀ ਦਿੱਤਾ, ਸੁਣ ਕਰ ਬੋਲੇ ਗੁਣੀ ਗਹੀਰਾ, ਹਮ ਤੋਂ ਧਰੀ ਦੇਗ ਮੈਂ ਖੀਰਾ। ਗੁਰਦੇਵ ਕਹਿੰਦੇ ਦੇਗ ਦੇ ਵਿੱਚ ਬਰਤਨ ਦੇਖੋ ਤਾਂ ਸਹੀ, ਉਹਦੇ ਵਿੱਚ ਤਾਂ ਇੱਥੇ ਖੀਰ ਹੈ। ਬਹੁਤੀ ਧੇਨ ਚੁਆਏ ਮੰਗਾਹੀ। ਬਹੁਤੀਆਂ ਜਿਹੜੀਆਂ 3 ਗਊਆਂ ਜਿਹੜੀਆਂ ਉਹਨਾਂ ਦਾ ਦੁੱਧ ਮੰਗਵਾਇਆ ਹੈ। ਤੇ ਪਾਇਸ ਕੋਏ ਥਾਈ। ਤੇ ਇੱਥੇ ਗੁਰਦੇਵ ਕਹਿੰਦੇ ਬਰਤਨ ਵਿੱਚ ਅਸੀਂ ਖੀਰ ਰਿੰਨ ਰਹੇ ਹਾਂ। ਵਿਮਲ ਭਇਓ ਰਵ ਲੀਏ ਜੋ ਗ੍ਰਾਹੀ। ਤੇ ਜਿਹੜਾ ਸੂਰਜ ਗ੍ਰਹਿਣ ਲੱਗਾ ਸੀ ਉਸ ਵੇਲੇ ਹਟ ਗਿਆ। ਅਬ ਸਭ ਭੋਜਨ ਕਰੋ ਇਹਾਹੀ। ਮਹਾਰਾਜ ਕਹਿੰਦੇ ਹੁਣ ਤੁਸੀਂ ਸਾਰੇ ਚੱਲ ਕੇ ਆਇਓ ਤੇ ਇੱਥੇ ਬੈਠ ਕੇ ਭੋਜਨ ਕਰੋ ਖੀਰ ਦਾ। ਢਿਗ ਬਸਾਏ ਪੰਕਤ ਕਰਵਾਈ। ਸਾਰਿਆਂ ਨੂੰ ਕੋਲ ਬਿਠਾਇਆ ਤੇ ਪੰਗਤ ਲਵਾ ਦਿੱਤੀ। ਨਿਰਪ ਸੁਤ ਸਹਿ ਪਾਇਸ ਵਰਤਾਏ। ਰਾਜੇ ਦੇ ਪੁੱਤਰ ਨੇ ਜਗਤ ਰਾਏ ਨੇ ਇਹਨੂੰ ਬ੍ਰਹਮ ਭੋਜ ਕਰਨ ਲਈ ਕਿਹਾ ਸੀ ਕਿ ਤੂੰ ਸਾਰਿਆਂ ਨੂੰ ਬ੍ਰਹਮ ਭੋਜ ਕਰ, ਤੈਨੂੰ ਰਾਜ ਭਾਗ ਮਿਲੇਗਾ। ਕਹਿੰਦਾ ਸੀ ਮਹਾਰਾਜ ਕੰਗਾਲ ਹਾਂ, ਪੱਲੇ ਕੁਝ ਹੈ ਨਹੀਂ। ਮਹਾਰਾਜ ਨੇ ਕੌਤਕ ਵਰਤਾ ਦਿੱਤਾ। ਜਿਹੜੀ ਭੇਟ ਲਿਆਂਦੀ ਸੀ ਉਹਦੀ ਗੁਰਦੇਵ ਨੇ ਅਤੁੱਟ ਜਿਹੜੀ ਖੀਰ ਸੀ ਉਹ ਬਣਵਾ ਦਿੱਤੀ। ਹੁਣ ਇਹ ਸੇਵਾ ਦੇ ਵਿੱਚ ਲੱਗ ਗਿਆ ਸਾਰਿਆਂ ਨੂੰ ਵਰਤਾਉਣ। ਹਰ ਜਨ ਸੁਖ ਖਲ ਮਾਨ ਬਿਦਾਰੂ। ਹਰ ਜਨ ਸੁਖ, ਹਰੀ ਦੇ ਜਨਾਂ ਨੂੰ ਸੁਖ ਦੇਣ ਵਾਲੇ ਤੇ ਹੰਕਾਰ ਨੂੰ ਦੂਰ ਕਰਨ ਵਾਲੇ। ਸ੍ਰੀ ਮੁਖ ਪੂਸ਼ਤ ਬਾਰ ਸੁਬਾਰੂ। ਸਤਿਗੁਰੂ ਆਪਣੇ ਮੁਖੋਂ ਪੁੱਛਦੇ ਨੇ। ਹੁਣ ਬਹੁਤ ਵੱਡਾ ਇਕੱਠ ਹੋਏਗਾ, ਉੱਥੇ ਬੜੇ ਪੰਡਤ ਸੰਨਿਆਸੀ ਸਨ। ਹੁਣ ਉਹ ਜਿਹੜੀ ਬਰਤਨ ਚੋਂ ਦੇਗ ਵਰਤਾ ਰਿਹਾ ਹੈ, ਜਿਹੜਾ ਰਾਜੇ ਦਾ ਪੁੱਤਰ ਜਗਤ ਰਾਏ ਸੀ, ਉਹ ਖੀਰ ਵਰਤਾਉਂਦਾ ਹੈ ਤੇ ਗੁਰਦੇਵ ਬਾਰ-ਬਾਰ ਪੁੱਛਦੇ ਹਨ ਕਿ ਹੋਰ ਛਕੋ, ਹੋਰ ਛਕੋ। ਰਿਖੀ ਮੁਨੀ ਸੁਰ ਔਰ ਦਿਵਜਿੰਦੂ। ਜਿੰਨੇ ਰਿਸ਼ੀ ਮੁਨੀ ਬੈਠੇ ਸਨ, ਪੰਡਤ ਬੈਠੇ ਸੀ, ਸੌਦਾਗਰ ਤਰ ਕਹਿਤ ਆਨੰਦੂ। ਤੇ ਸੌਦਾਗਰ ਬੈਠੇ ਸਨ, ਆਨੰਦ ਦੇ ਸਹਿਤ ਸਾਰੇ ਛਕ ਰਹੇ ਹਨ। ਪਾਇਸ ਦੇਖ ਹਿਰਦੈ ਬਿਸਮਾਏ। ਖੀਰ ਦੇਖ ਕਰਕੇ ਸਾਰਿਆਂ ਦੇ ਹਿਰਦੇ ਹੈਰਾਨ ਹੋ ਗਏ। ਦਿਵਜ ਸੰਨਿਆਸੀ ਸਭ ਤ੍ਰਿਪਤਾਏ। ਜਿੰਨੇ ਪੰਡਤ ਸਨ, ਸੰਨਿਆਸੀ ਸਨ, ਸਾਰੇ ਛਕ ਕੇ ਤ੍ਰਿਪਤ ਹੋ ਗਏ। ਦੇਵ ਅਨੇਕਨ ਕੇਰ ਆਹਾਰੇ। ਅਨੇਕਾਂ ਦੇ ਤਾਈਂ ਇਹ ਭੋਜਨ ਛਕਾਇਆ ਗਿਆ।
ਭਾ ਅਤੋਟ ਅਚਰਜ ਉਰ ਧਾਰੇ। ਤੇ ਅਟੁੱਟ ਖੀਰ ਜਿਹੜੀ ਇਹਦੇ ਵਿੱਚੋਂ ਵਰਤੀ ਹੈ ਦੇ ਕੇ ਸਾਰੇ ਹੈਰਾਨ ਹੁੰਦੇ ਨੇ। ਇਹ ਗੁਰਦੇਵ ਦੀ ਰਹਿਮਤ ਹੈ। ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹਦੇ ਵਿੱਚ ਤੋਟਾ ਨਹੀਂ ਸੀ ਆਉਣ ਵਾਲੀ। ਮਹਾਰਾਜ ਨੇ ਰਹਿਮਤਾਂ ਕੀਤੀਆਂ, ਅਚਰਜ ਹੈਰਾਨ ਹੁੰਦੇ ਨੇ। ਜਿਸ ਤਰ੍ਹਾਂ ਗੁਰੂ ਕਲਗੀਧਰ ਸਾਹਿਬ ਮਹਾਰਾਜ ਪਟਨੇ ਨੂੰ ਛੱਡ ਕੇ ਆਉਂਦੇ ਹਨ, ਰਸਤੇ ਵਿੱਚ ਗੁਰੂ ਘਰ ਹਾਂਡੀ ਸਾਹਿਬ ਉਹ ਖਿਚੜੀ ਰਿੰਨ ਕੇ ਮਾਈ ਬੈਠੀ ਹੈ, ਮਹਾਰਾਜ ਨੂੰ ਉਡੀਕਦੀ ਸੀ। ਦਰਸ਼ਨ ਦਿੱਤੇ, ਸਤਿਗੁਰਾਂ ਨੂੰ ਕਹਿਣ ਲੱਗੀ, ਬਾਲਾ ਪ੍ਰੀਤਮ ਮਹਾਰਾਜ ਆਏ ਤਾਂ ਹੋ, ਪਰ ਅੱਜ ਇੰਨੀਆਂ ਸੰਗਤਾਂ। ਗੁਰਦੇਵ ਕਹਿਣ ਲੱਗੇ, ਮਾਈ ਇਹ ਬਰਤਨ ਦੇ ਉੱਤੇ ਪਾ ਤੂੰ ਵਸਤਰ ਤੇ ਭਾਵਨਾ ਰੱਖ ਕੇ ਪਿਆਰ ਦੇ ਨਾਲ ਇਹ ਖਿਚੜੀ ਵਰਤਾ। ਇਹ ਅਟੁੱਟ ਅਮੁੱਕ ਹੋਵੇਗੀ, ਇਹ ਕਦੇ ਵੀ ਨਹੀਂ ਮੁੱਕੇਗੀ। ਇਹ ਅੱਜ ਵੀ ਉਹ ਜਿਹੜੇ ਲੰਗਰ ਹਨ ਖਿਚੜੀ ਦੇ ਉੱਥੇ ਚੱਲ ਰਹੇ ਹਨ। ਇਹ ਗੁਰਦੇਵ ਦੇ ਆਪਣੇ ਕੌਤਕ ਹਨ, ਮਾਲਕ ਸਮਰੱਥ ਹਨ, ਜੋ ਚਾਹਣ ਇੱਕ ਛਿਣ ਦੇ ਵਿੱਚ ਕਰ ਸਕਦੇ ਹਨ। ਗੁਰਦੇਵ ਕਹਿਣ ਲੱਗੇ, ਮਹਾਰਾਜ ਕਹਿੰਦੇ ਨੇ ਅਟੁੱਟ ਜਿਹੜਾ ਲੰਗਰ ਵਰਤ ਰਿਹਾ ਸੀ, ਕਹਿ ਕਹਿ ਕੇ ਛਕਾਉਂਦੇ ਹਨ। ਏਸ਼ਿਨ ਨਾਨੂ ਪੰਡਿਤ ਜੋ ਉਸ ਵਕਤ ਜਿਹੜਾ ਨਾਨੂ ਪੰਡਤ ਸੀ, ਸਭ ਹਿਨ ਮੈਂ ਅਸ ਬੋਲਿਓ ਸੋ। ਸਾਰਿਆਂ ਦੇ ਵਿੱਚ ਇਸ ਤਰ੍ਹਾਂ ਕਹਿਣ ਲੱਗਾ, ਆਪਣ ਨਾਮ ਤੇ ਏਕ ਕਕਾਰਾ। ਕਹਿਣ ਲੱਗਾ ਸਾਰੇ ਪੰਡਤ ਬੈਠੇ ਸਨ, ਉਹਨਾਂ ਪੰਡਤਾਂ ਚ ਕਹਿੰਦਾ ਕਿ ਮੈਂ ਆਪਣੇ ਨਾਮ ਵਿੱਚੋਂ ਇੱਕ ਕੱਕਾ ਅੱਖਰ ਅਬ ਤੇ ਮੈਂ ਕਰ ਦੀਨ ਨਿਵਾਰਾ। ਅੱਜ ਤੋਂ ਬਾਅਦ ਮੈਂ ਉਹ ਇੱਕ ਕੱਕਾ ਅੱਖਰ ਉਤਾਰ ਦਿੱਤਾ ਹੈ। ਨਾਨਕ ਤੇ ਨਾਨੂ ਮੋਹ ਕਹੀਏ। ਨਾਨਕ ਚੰਦ ਨਾਮ ਰਖਾਇਆ ਸੀ ਇਹਨੇ, ਪਰ ਕਹਿੰਦਾ ਅੱਜ ਤੋਂ ਬਾਅਦ ਮੈਂ ਆਪਣੇ ਨਾਮ ਚੋਂ ਕੱਕਾ ਅੱਖਰ ਕੱਢਦਾ ਹਾਂ ਇੱਕ, ਤੇ ਅੱਜ ਤੋਂ ਬਾਅਦ ਮੈਨੂੰ ਸਾਰੇ ਨਾਨੂ ਹੀ ਕਿਹਾ ਕਰੋ। ਨਾਨਕ ਨਾਮ ਇਨਹਿ ਕੋ ਲਹੀਏ। ਨਾਨਕ ਨਾਮ ਇਹਨਾਂ ਦਾ ਹੀ ਤੁਸੀਂ ਜਾਣੋ। ਇਸ ਪ੍ਰਕਾਰ ਕੀ ਮਹਿਮਾ ਗਾਈ। ਇਸ ਤਰ੍ਹਾਂ ਦੀ ਮਹਿਮਾ ਜਿਹੜੀ ਸਤਿਗੁਰਾਂ ਦੀ ਇਹਨਾਂ ਸਾਰਿਆਂ ਨੇ ਗਾਈ ਹੈ। ਸੁਣ ਕਰ ਸਭ ਹਿਨ ਕੇ ਮਨ ਭਾਈ। ਸੁਣ ਕੇ ਸਾਰਿਆਂ ਦੇ ਮਨ ਨੂੰ ਭਾਈ ਚੰਗੀ ਲੱਗੀ ਹੈ। ਪਦ ਪਾਹੁਲ ਬਹੁਤਨ ਤਬਲੀਨੀ। ਫਿਰ ਬਹੁਤਿਆਂ ਨੇ ਸਤਿਗੁਰਾਂ ਦੀ ਉੱਥੇ ਚਰਨ ਪਾਉ ਲਈ ਹੈ। ਇਹ ਮਹਾਰਾਜ ਜੀ ਨੇ ਜਿਹੜਾ ਹੈ ਉਹ ਸਤਨਾਮ ਦਾ ਚੱਕਰ ਫਿਰਾਇਆ, ਸਤਨਾਮ ਪੜ ਮੰਤਰ ਸੁਣਾਇਆ। ਇਹਨਾਂ ਸਾਰੇ ਅਸਥਾਨਾਂ ਤੇ ਗਏ ਸਤਿਗੁਰੂ, ਇਹਨਾਂ ਨੂੰ ਸਤਿਗੁਰਾਂ ਨੇ ਚਰਨ ਪੌਲ ਦਿੱਤੀ ਹੈ। ਜੇ ਅਜੋਕੇ ਸਮੇਂ ਦੇ ਵਿੱਚ ਕੋਈ ਇਸ ਸਮਾਰੋਹ ਦੇ ਵਿੱਚ ਪਹੁੰਚਦਾ ਹੈ ਤੇ ਕਈ ਤਰ੍ਹਾਂ ਦੀਆਂ ਤਰਕਾਂ ਕਰਨ ਵਾਲੇ ਖੜੇ ਹੋ ਜਾਂਦੇ ਨੇ, ਪਰ ਸਤਿਗੁਰਾਂ ਨੇ ਪ੍ਰੇਮ ਦਾ ਜਿਹੜਾ ਬੀਜ ਬੀਜਿਆ ਕਿ ਮਹਾਰਾਜ ਨੇ ਇੱਥੇ ਕਿਸੇ ਤੀਰਥ ਸਥਾਨ ਦਾ, ਕਿਸੇ ਧਰਮ ਦਾ ਖੰਡਨ ਨਹੀਂ ਕੀਤਾ। ਜਿਹੜੇ ਲੋਕ ਇਹਨਾਂ ਸਥਾਨਾਂ ਤੇ ਬੈਠ ਕੇ ਪਖੰਡ ਕਰਦੇ ਸਨ, ਹੰਕਾਰੀ ਸਨ, ਮਾੜੇ ਕਰਮ ਕਰਦੇ ਸਨ, ਭੁੱਲ ਚੁੱਕੇ ਸੀ ਕਿ ਮਨੁੱਖਾ ਦੇਹੀ ਮਿਲੀ ਕਾਸ ਵਾਸਤੇ ਹੈ। ਨਾ ਆਪ ਕੋਈ ਸੋਝੀ ਸੀ, ਨਾ ਦੂਜਿਆਂ ਨੂੰ ਦਿੰਦੇ ਸਨ। ਇਹ ਸੋਝੀ ਦੇਣ ਵਾਸਤੇ, ਗਿਆਨ ਦਾ ਦੀਵਾ ਬਾਲਣ ਦੇ ਲਈ ਸਤਿਗੁਰੂ ਉੱਥੇ ਗਏ ਨੇ ਕੁਰੂਕਸ਼ੇਤਰ ਦੀ ਧਰਤੀ ਤੇ ਬਹੁਤਿਆਂ ਨੇ ਸਤਿਗੁਰਾਂ ਦੀ ਚਰਨ ਪੌਲ ਲਈ ਹੈ। ਗੁਰਮਤਿ ਧਰੀ ਸਗਲ ਬਿਦ ਚੀਨੀ। ਤੇ ਸਤਿਗੁਰਾਂ ਨੇ ਜਿਹੜੀ ਮੱਤ ਦਿੱਤੀ ਸੀ ਉਹ ਮੱਤ ਇਹਨਾਂ ਨੇ ਧਾਰਨ ਕੀਤੀ ਹੈ। ਸ੍ਰੀ ਮੁਖ ਤੇ ਅਸਗਿਰਾ ਉਚਾਰੇ। ਆਪਣੇ ਮੁਖਾਰ ਬਿੰਦ ਤੋਂ ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕਹੇ ਨੇ। ਰਾਖੋ ਧਰਮ ਵਰਨ ਅਨੁਸਾਰੇ। ਸਤਿਗੁਰੂ ਕਹਿੰਦੇ ਜੋ ਉਪਦੇਸ਼ ਤੁਸੀਂ ਲਿਆ ਹੈ, ਇਸ ਉਪਦੇਸ਼ ਰਾਹੀਂ ਆਪਣੇ ਧਰਮ ਦੀ ਪਾਲਣਾ ਕਰੋ। ਸਤਨਾਮ ਸਿਮਰੋ ਜੁਤ ਪ੍ਰੀਤੀ। ਪ੍ਰਭੂ ਦਾ ਨਾਮ ਪ੍ਰੇਮ ਦੇ ਨਾਲ ਸਿਮਰੋ। ਵੰਡ ਖਾਹੋ ਭੋਜਨ ਸੁਭ ਰੀਤੀ। ਸ਼ੁਭ ਰੀਤੀ ਦੇ ਨਾਲ ਵੰਡ ਕੇ ਖਾਣਾ ਕਰੋ। ਸਤਿਗੁਰ ਬਾਣੀ ਕੋ ਅਭਿਆਸਾ। ਜੋ ਬਾਣੀ ਉਚਾਰਨ ਕੀਤੀ ਹੈ ਉਹ ਬਾਣੀ ਦਾ ਅਭਿਆਸ ਕਰੋ ਨਿਤਾ ਪ੍ਰਤੀ। ਕਰੋ ਸਦਾ ਹੋਵੇ ਗਿਆਨ ਪ੍ਰਕਾਸ਼ਾ। ਜੇ ਬਾਣੀ ਦੀ ਵਿਚਾਰ ਕਰੋਗੇ, ਬਾਣੀ ਨੂੰ ਪੜ੍ਹ ਕੇ ਸਮਝੋਗੇ, ਇਹਦੇ ਅਰਥ ਸੁਣੋਗੇ, ਬੈਠ ਕੇ ਸਾਰੇ ਰਲ ਮਿਲ ਕੇ, ਤੇ ਗੁਰਦੇਵ ਕਹਿੰਦੇ ਤੁਹਾਡੇ ਅੰਦਰ ਗਿਆਨ ਦਾ ਸੂਰਜ ਜਾਗੇਗਾ। ਇਸ ਪ੍ਰਕਾਰ ਕੋ ਸੁਣਿਓ ਉਪਦੇਸ਼ਾ। ਇਹ ਉਪਦੇਸ਼ ਸੁਣ ਕਰਕੇ ਸਤਿਗੁਰਾਂ ਦਾ ਕਰ ਕਰ ਬੰਧਨ ਗੇਜ ਨਿਜ ਦੇਸਾ। ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਕੇ ਆਪਣੇ ਆਪਣੇ ਨਗਰਾਂ ਨੂੰ ਚਲੇ ਗਏ। ਮਹਿਮਾ ਕਰਤ ਜਾਤ ਮਗ ਮਾਹੀ। ਰਸਤੇ ਵਿੱਚ ਵੀ ਸਤਿਗੁਰਾਂ ਦੀ ਭਾਰੀ ਮਹਿਮਾ ਕਹਿੰਦੇ ਜਾਂਦੇ ਹਨ। ਇਹ ਅਵਤਾਰ ਪ੍ਰਭੂ ਕੋ ਆਹੀ। ਕਹਿੰਦੇ ਹਨ ਕਿ ਇਹ ਤਾਂ ਪ੍ਰਭੂ ਦੇ ਅਵਤਾਰ ਹਨ, ਜਿਨ੍ਹਾਂ ਨੇ ਸਾਨੂੰ ਇਹ ਸੋਝੀ ਦਿੱਤੀ ਹੈ। ਅਸੀਂ ਤਾਂ ਕੇਵਲ ਮੇਲਿਆਂ ਦੇ ਦਿਨ ਜਾ ਕੇ ਇਸ਼ਨਾਨ ਕਰਕੇ ਘਰ ਨੂੰ ਪਰਤ ਆਉਂਦੇ ਸੀ, ਪਰ ਜਿਹੜੀ ਚੀਜ਼ ਲੈਣ ਵਾਲੀ ਹੈ ਉਧਰ ਤਾਂ ਕਦੇ ਧਿਆਨ ਹੀ ਨਹੀਂ ਸੀ ਦਿੱਤਾ। ਕੁਝ ਸਾਡੀ ਹਾਲਤ ਵੀ ਐਸੀ ਹੈ ਕਿ ਮੇਲਿਆਂ 'ਚ ਜਾ ਕੇ ਲੰਗਰ ਛਕ ਕੇ ਤਾਂ ਵਾਪਸ ਪਰਤ ਆਉਂਦੇ ਆ, ਪਰ ਜਿਹੜਾ ਅੱਜ ਪੁਰਬ ਹੈ, ਦਿਹਾੜਾ ਹੈ, ਜੋ ਸਿੱਖਿਆ ਗੁਰੂ ਸਾਹਿਬ ਨੇ ਸਾਨੂੰ ਦੇਣੀ ਹੈ, ਉਹ ਕੋਈ ਵਿਰਲੇ ਹੀ ਹਨ ਜਿਹੜੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਕਿਰਪਾ ਦੇ ਪਾਤਰ ਬਣ ਕੇ ਗੁਰੂ ਕੋਲ ਬੈਠਦੇ ਨੇ, ਉਪਦੇਸ਼ ਨੂੰ ਸਰਵਣ ਕਰਦੇ ਨੇ ਅਤੇ ਅਰਦਾਸ ਕਰਦੇ ਹਨ ਗੁਰੂ ਚਰਨਾਂ ਵਿੱਚ ਕਿ ਜੋ ਉਪਦੇਸ਼ ਤੁਸੀਂ ਝੋਲੀ ਵਿੱਚ ਪਾਇਆ ਉਹ ਉਪਦੇਸ਼ ਨੂੰ ਅਸੀਂ ਕਮਾ ਸਕੀਏ, ਲੋਕ ਸੁਖੀ ਪਰਲੋਕ ਸੁਹੇਲੇ ਹੋ ਸਕਣ।
ਜਿਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ, ਜਿਹੜਾ ਜਗਤ ਰਾਏ ਪੁੱਤਰ ਸੀ ਅੰਮ੍ਰਿਤ ਰਾਏ ਰਾਜੇ ਦਾ, ਇਹਨੂੰ ਸਤਿਗੁਰੂ ਹੁਣ ਵਰ ਦੇਣਗੇ ਕਿ ਜਾਓ ਹੁਣ ਆਪਣੇ ਨਗਰ ਵਿੱਚ ਜਾਓ, ਤੇ ਗੁਰਦੇਵ ਕਹਿੰਦੇ ਤੁਹਾਨੂੰ ਰਾਜ ਭਾਗ ਦੀ ਪ੍ਰਾਪਤੀ ਹੋਵੇਗੀ। ਇਹ ਬਖਸ਼ਿਸ਼ ਸਤਿਗੁਰੂ ਜੀ ਨੇ ਜਗਤ ਰਾਏ ਰਾਜੇ ਤੇ ਕੀਤੀ ਹੈ। ਸਾਰੀਆਂ ਬਖਸ਼ਿਸ਼ਾਂ ਗੁਰਦੇਵ ਦੀਆਂ ਹਨ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹਨਾਂ ਨੂੰ ਉਪਦੇਸ਼ ਦੇ ਕੇ ਸਤਿਗੁਰੂ ਜੀ ਜਿਸ ਤਰ੍ਹਾਂ ਮਹਾਰਾਜ ਅਗਲੇ ਤੀਰਥ ਸਥਾਨ ਤੇ ਜਾਣਗੇ, ਜਿਹੜੇ ਗੰਗਾ ਦੇ ਵਿੱਚ ਲੋਕ ਭਰਮਾਂ ਦੇ ਵਿੱਚ ਫਸੇ ਸਨ ਤੇ ਪਾਣੀ ਸੂਰਜ ਵੱਲ ਦਿੰਦੇ ਸਨ, ਉਹਨਾਂ ਦਾ ਜਾ ਕਰਕੇ ਇਹ ਪਖੰਡ ਦਾ ਖੰਡਨ ਕਰਨਗੇ। ਉਹਨਾਂ ਨੂੰ ਸੋਝੀ ਦੇਣਗੇ ਕਿ ਤੁਹਾਡਾ ਪਾਣੀ ਤਾਂ ਇੱਥੇ ਹੀ ਰਹਿ ਜਾਂਦਾ ਹੈ, ਜਿਹੜੇ ਪਿੱਤਰਾਂ ਤੱਕ ਤਾਂ ਨਹੀਂ ਪਹੁੰਚਦਾ, ਉਹ ਕਿਸ ਤਰ੍ਹਾਂ ਪਹੁੰਚ ਸਕਦਾ ਹੈ, ਜਾਂ ਕਿਹੜੇ ਕਰਮ ਕਰਕੇ ਸਾਨੂੰ ਪਰਮਾਤਮਾ ਦੇ ਦਰ ਦੇ ਉੱਤੇ ਜਾ ਕਰਕੇ ਸੁਰਖਰੂ ਹੋ ਕਰਕੇ ਪਹੁੰਚੀਦਾ ਹੈ। ਇਹ ਉਪਦੇਸ਼ ਸਤਿਗੁਰੂ ਬਖਸ਼ਿਸ਼ ਕਰਨਗੇ। ਕੱਲ ਦੇ ਦੀਵਾਨਾਂ ਵਿੱਚ ਇਹ ਪ੍ਰਸੰਗ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਤੁੱਛ ਬੁੱਧੀ ਹੈ। ਸਤਿਗੁਰਾਂ ਦਾ ਇਤਿਹਾਸ ਅਗਾਧ ਬੋਧ ਹੈ। ਅਸੀਸ ਦੇਣੀ ਕਿ ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਸੋਝੀ ਬਖਸ਼ ਕੇ ਆਪ ਹੀ ਆਪਣਾ ਮੇਰ ਭਰਿਆ ਹੱਥ ਰੱਖ ਕੇ ਆਪਣਾ ਜਸ ਕਰਵਾ ਲੈਣ। ਭੁੱਲ ਚੁੱਕ ਦੀ ਖਿਮਾ। ਆਓ ਦੋ ਪੰਕਤੀਆਂ ਸਰਵਣ ਕਰੀ, ਇੱਥੇ ਸਮਾਪਤੀ ਹੈ ਜੀ। ਇਸ ਪ੍ਰਕਾਰ ਕੋ ਸੁਨਿ ਉਪਦੇਸ਼ਾ, ਕਰ ਕਰ ਬੰਧਨ ਗੇ ਨਿਜ ਦੇਸ਼ਾ। ਮਹਿਮਾ ਕਰਤ ਜਾਤ ਮਗ ਮਾਹੀ, ਇਹ ਅਵਤਾਰ ਪ੍ਰਭੂ ਕੋ ਆਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।